सो आओ असीं जिहड़ी सानू पहचान दित्ती गई इस हिस्से नूं एक बारी दुबारा पढ़ीए। असीं चौथा भाव उसकी 32 आयत तो लैके 32 आयत तो लैके 249 पन्ना पुराने नियम दा, अगर तुहाडे कोल नवीं बाइबल उसकी 40 आयत तक जिसनूं मिल के पढ़ते हैं। मैं पढ़ती नहीं पास्टर। परमेश्वर द्वारा चोण ਦੀ ਮਹਾਨਤਾ। ਪਿੱਛੇ ਜਾ ਚੁੱਕੇ ਕਾਲਾਂ ਤੇ ਧਿਆਨ ਦੇਵੋ, ਉਸ ਸਮੇਂ ਤੇ ਜਦੋਂ ਤੁਸੀਂ ਅਜੇ ਪੈਦਾ ਵੀ ਨਹੀਂ ਹੋਏ ਸੋ, ਇੱਥੋਂ ਤੱਕ ਕਿ ਠੀਕ ਉਸ ਆਰੰਭ ਦੇ ਕਾਲ ਤੇ ਜਦੋਂ ਪਰਮੇਸ਼ਰ ਨੇ ਇਸ ਧਰਤੀ ਤੇ ਮਨੁੱਖ ਦੀ ਰਚਨਾ ਕੀਤੀ ਸੀ। ਤੁਸੀਂ ਪੂਰੀ ਧਰਤੀ ਦੇ ਇੱਕ ਸਿਰੇ ਤੋਂ ਸ਼ੁਰੂ ਕਰਕੇ ਦੂਜੇ ਸਿਰੇ ਤੱਕ ਇਸ ਗੱਲ ਦੀ ਖੋਜ ਕਰੋ ਅਤੇ ਪੁੱਛੋ ਕਿ ਕੀ ਇਸ ਤਰ੍ਹਾਂ ਦੀ ਮਹਾਨ ਘਟਨਾ ਕਿਤੇ ਪਹਿਲਾਂ ਵਾਪਰੀ ਸੀ ਜਾਂ ਸੁਣੀ ਗਈ ਸੀ। ਕਿ ਕਦੀ ਕਿਸੇ ਮਨੁੱਖ ਨੇ ਵੀ ਪਰਮੇਸ਼ਰ ਦੀ ਆਵਾਜ਼ ਨੂੰ ਅੱਗ ਦੇ ਵਿੱਚੋਂ ਦੀ ਬੋਲਦੇ ਹੋਇਆ ਸੁਣਿਆ ਸੀ, ਜਿਸ ਤਰ੍ਹਾਂ ਤੁਸੀਂ ਸੁਣਿਆ ਅਤੇ ਉਸਦੇ ਪਿੱਛੋਂ ਅੱਜ ਤੱਕ ਜਿਉਂਦੇ ਵੀ ਹੋ। ਜਾਂ ਕਦੀ ਕਿਸੇ ਦੇਵਤਾ ਨੇ ਆਪਣੇ ਲਈ ਕਿਸੇ ਕੌਮ ਨੂੰ ਆਪ ਜਾ ਕੇ ਦੂਜੀਆਂ ਕੌਮਾਂ ਵਿੱਚੋਂ ਚੁਣਿਆ ਹੋਵੇ, ਜਿਸ ਤਰ੍ਹਾਂ ਤੁਹਾਨੂੰ ਤੁਹਾਡੇ ਪਰਮੇਸ਼ਰ ਨੇ ਮਿਸਰ ਦੇ ਵਿੱਚੋਂ ਪਰਤਾਵਿਆਂ, ਚਿੰਨ੍ਹਾਂ, ਅਦਭੁਤ ਕੰਮਾਂ, ਲੜਾਈਆਂ, ਡਰਾਵਿਆਂ ਅਰਥਾਤ ਆਪਣੇ ਸ਼ਕਤੀਸ਼ਾਲੀ ਹੱਥ ਅਤੇ ਬਲਵੰਤ ਬਾਂਹ ਦੇ ਜ਼ੋਰ ਨਾਲ ਚੁਣਿਆ। ਇਹ ਸਭ ਕੰਮ ਉਸਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀਤੇ ਸਨ। ਉਸਨੇ ਇਹ ਸਭ ਕੰਮ ਤੁਹਾਨੂੰ ਦਿਖਾਉਣ ਦੇ ਲਈ ਹੀ ਕੀਤੇ ਕਿ ਤੁਸੀਂ ਜਾਣ ਜਾਵੋ ਕਿ ਉਹ ਅਰਥਾਤ ਪ੍ਰਭੂ ਹੀ ਇਕੱਲਾ ਇੱਕਮਾਤਰ ਪਰਮੇਸ਼ਰ ਹੈ ਅਤੇ ਉਸਦੇ ਸਾਹਮਣੇ ਹੋਰ ਕੋਈ ਵੀ ਨਹੀਂ ਹੈ। ਆਕਾਸ਼ ਤੋਂ ਉਸਨੇ ਆਪਣੀ ਆਵਾਜ਼ ਤੁਹਾਨੂੰ ਸੁਣਨ ਲਈ ਦਿੱਤੀ, ਉਹ ਤੁਹਾਨੂੰ ਸਿੱਖਿਆ ਦੇਵੇ। ਧਰਤੀ ਤੇ ਉਸਨੇ ਆਪਣੀ ਵੱਡੀ ਅੱਗ ਤੁਹਾਨੂੰ ਦੇਖਣ ਦਿੱਤੀ ਅਤੇ ਤੁਸੀਂ ਉਸੇ ਅੱਗ ਵਿੱਚੋਂ ਹੀ ਉਸਦੇ ਬੋਲ ਸੁਣੇ, ਕਿਉਂਕਿ ਉਸਨੇ ਤੁਹਾਡੇ ਪੁਰਖਿਆਂ ਨਾਲ ਪਿਆਰ ਕੀਤਾ ਸੀ ਅਤੇ ਉਸਦੇ ਪਿੱਛੋਂ ਉਹਨਾਂ ਦੀ ਸੰਤਾਨ ਨੂੰ ਵੀ ਚੁਣਿਆ। ਇਸੇ ਲਈ ਉਹ ਤੁਹਾਨੂੰ ਮਿਸਰ ਦੇਸ਼ ਵਿੱਚੋਂ ਆਪਣੇ ਸਾਹਮਣੇ ਆਪਣੇ ਵੱਡੇ ਜ਼ੋਰ ਨਾਲ ਕੱਢ ਕੇ ਲਿਆਇਆ ਸੀ। ਉਸਨੇ ਤੁਹਾਡੇ ਸਾਹਮਣਿਓਂ ਸਭ ਵੱਡੀਆਂ ਅਤੇ ਤੁਹਾਡੇ ਨਾਲੋਂ ਤਾਕਤਵਰ ਕੌਮਾਂ ਨੂੰ ਕੱਢ ਦਿੱਤਾ ਕਿ ਉਹ ਤੁਹਾਨੂੰ ਉਹਨਾਂ ਦੀ ਥਾਂ ਤੇ ਲਿਆਵੇ ਅਤੇ ਉਹਨਾਂ ਦੀ ਧਰਤੀ ਤੁਹਾਨੂੰ ਮਲਕੀਅਤ ਦੇ ਤੌਰ ਤੇ ਦੇਵੇ, ਜੋ ਅੱਜ ਤੁਹਾਡੇ ਸਾਹਮਣੇ ਹੈ। ਇਸ ਲਈ ਤੁਸੀਂ ਹੁਣ ਪੂਰੀ ਤਰ੍ਹਾਂ ਨਾਲ ਯਾਦ ਰੱਖੋ ਅਤੇ ਇਸ ਸੱਚ ਨੂੰ ਕਦੀ ਵੀ ਨਾ ਭੁੱਲੋ ਕਿ ਪ੍ਰਭੂ ਹੀ ਆਕਾਸ਼ ਅਤੇ ਧਰਤੀ ਉੱਤੇ ਕੇਵਲ ਇੱਕਮਾਤਰ ਪਰਮੇਸ਼ਰ ਹੈ, ਦੂਜਾ ਕੋਈ ਵੀ ਨਹੀਂ ਹੈ। ਇਸ ਲਈ ਤੁਸੀਂ ਉਸ ਦੇ ਸਭ ਵਿਧੀਆਂ ਵਿਧਾਨ ਦੀ ਪਾਲਣਾ ਕਰੋ ਜੋ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ। ਇਹ ਕਰਨ ਦੁਆਰਾ ਤੁਹਾਡਾ ਅਤੇ ਤੁਹਾਡੇ ਪਿੱਛੋਂ ਤੁਹਾਡੀ ਸੰਤਾਨ ਦਾ ਭਲਾ ਹੋਵੇਗਾ ਅਤੇ ਤੁਸੀਂ ਉਸ ਧਰਤੀ ਤੇ ਬਹੁਤ ਦਿਨ ਰਹਿ ਸਕੋਗੇ ਜੋ ਤੁਹਾਨੂੰ ਪ੍ਰਭੂ ਤੁਹਾਡਾ ਪਰਮੇਸ਼ਰ ਦੇ ਰਿਹਾ ਹੈ। ਆਮੀਨ। ਅਸੀਂ ਇੱਥੇ ਪ੍ਰਭੂ ਦੇ ਵਚਨ ਦੇ ਵਿੱਚ ਜਿਹੜੀ ਇੱਕ ਉਸਨੇ ਇੱਕ ਇਸ ਕੌਮ ਨੂੰ ਜਿਹੜੀ ਇੱਕ ਵੱਖਰਾਪਨ ਦਿਖਾਇਆ ਤੇ ਇਹ ਦਿਖਾਇਆ ਕਿ ਦੂਸਰੀਆਂ ਕੌਮਾਂ ਦੇ ਲੋਕ ਮੂਰਤੀਆਂ ਬਣਾਉਂਦੇ ਆ, ਉਹ ਸੂਰਜ ਦੀ ਪੂਜਾ ਕਰਦੇ ਆ, ਚੰਦ ਦੀ ਪੂਜਾ ਕਰਦੇ ਆ, ਤਾਰਿਆਂ ਦੀ ਪੂਜਾ ਕਰਦੇ ਆ, ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਪ੍ਰਭੂ ਦੀ ਆਵਾਜ਼ ਨੂੰ ਸੁਣ ਸਕਣ। ਲੇਕਿਨ ਜੋ ਤੁਹਾਨੂੰ ਪ੍ਰਾਪਤ ਹੋਇਆ ਉਹ ਬਿਨਾਂ ਪੂਜਾ ਪਾਠ ਤੋਂ ਹੋਇਆ। ਤੁਸੀਂ ਜਿੱਦੀ ਅੜੀਅਲ ਜਨਰੇਸ਼ਨ ਸੀ ਜਦੋਂ ਤੁਸੀਂ ਆਏ ਆ ਪ੍ਰਭੂ ਦੇ ਕੋਲ, ਤੇ ਉਸ ਵੇਲੇ ਪ੍ਰਭੂ ਨੇ ਤੁਹਾਨੂੰ ਚੁਣਿਆ ਔਰ ਉਸਨੇ ਤੁਹਾਨੂੰ ਆਪਣੀ ਆਵਾਜ਼ ਦੇ ਨਾਲ ਦੱਸਿਆ, ਆਪ ਬੋਲ ਕੇ ਦੱਸਿਆ ਕਿ ਮੈਂ ਕੌਣ ਹਾਂ। ਆਪ ਬੋਲ ਕੇ ਉਸਨੇ ਤੁਹਾਨੂੰ ਤੁਹਾਡੇ ਨੇਮ ਦਿੱਤੇ ਔਰ ਤੁਸੀਂ ਜੋ ਨੇਮ ਉਸਨੇ ਦਿੱਤਾ ਤੁਸੀਂ ਉਸਨੇ ਸੁਣਿਆ। ਸੋ ਤੁਸੀਂ ਪ੍ਰਭੂ ਦੇ ਚੁਣਾਵ ਦੇ ਕਰਕੇ ਉਸਦੇ ਲੋਕ ਬਣੇ, ਉਸਨੇ ਤੁਹਾਨੂੰ ਚੁਣਿਆ। ਸੋ ਕੱਲ ਅਸੀਂ ਇਸ ਲਈ 6ਵਾਂ ਭਾਗ ਦੇਖਦੇ ਪਏ ਸੀ यूहन्ना ਦਾ। ਉਸ ਦੇ ਵਿੱਚ ਸਾਨੂੰ ਇਹ ਪਤਾ ਲੱਗਾ ਕਿ ਪ੍ਰਭੂ ਉੱਥੇ ਇਹ ਪ੍ਰਭੂ ਯਿਸੂ ਮਸੀਹ ਬਾਰ-ਬਾਰ ਇਹ ਚੀਜ਼ ਦੱਸਦਾ ਪਿਆ ਕਿ ਮੈਂ ਮੇਰੇ ਕੋਲ ਬਾਪ ਜੋ ਹੈ ਉਹ ਤੁਹਾਨੂੰ ਮੇਰੇ ਕੋਲ ਲੈ ਕੇ ਆਉਂਦਾ। ਔਰ ਉਹਨਾਂ ਨੇ ਇਹ ਪੁੱਛਿਆ ਸੀ ਕਿ ਪ੍ਰਭੂ ਦਾ ਕੰਮ ਕਰਨ ਦੇ ਲਈ ਅਸੀਂ ਕੀ ਕਰੀਏ। ਇੱਕ ਵਾਰੀ यूहन्ना ਦੇ ਵਿੱਚ ਚਲਿਏ ਉਸਨੂੰ ਮਾੜਾ ਜਿਹਾ ਰਿਵਾਈਜ਼ ਕਰ ਲੈਣੇ, ਜ਼ਿਆਦਾ ਨਹੀਂ। ਸਿਰਫ ਮੈਂ ਤੁਹਾਨੂੰ ਉੱਥੇ ਜਿਹੜੇ ਅਸੀਂ ਪੁਆਇੰਟ ਦੇਖੇ ਸੀ 6ਵੇਂ ਭਾਗ ਦੇ ਵਿੱਚ ਉਸਨੂੰ ਸਿਰਫ ਪੁਆਇੰਟ ਦੇਖਾਂਗੇ, ਹੋਰ ਨਹੀਂ ਕੁਛ ਵੀ। ਕੱਲ ਅਸੀਂ ਪੜ੍ਹ ਲਿਆ ਸੀ ਉਹ। ਸੋ ਜਿਸ ਲਈ ਅਸੀਂ 6ਵੇਂ ਭਾਗ ਦੇ ਵਿੱਚ ਸੀ ਉਸ ਦੀ 28 ਆਇਤ ਦੇ ਵਿੱਚ ਲੋਕਾਂ ਨੇ ਪੁੱਛਿਆ ਸੀ ਕਿ ਪ੍ਰਭੂ ਦਾ ਕੰਮ ਕਰਨ ਦੇ ਲਈ ਅਸੀਂ ਕੀ ਕਰੀਏ। ਪ੍ਰਭੂ ਯਿਸੂ ਮਸੀਹ ਨੇ ਉਸਦਾ ਉੱਤਰ ਦਿੱਤਾ ਸੀ ਕਿ ਯਿਸੂ ਨੇ ਉੱਤਰ ਵਿੱਚ ਕਿਹਾ ਪਰਮੇਸ਼ਰ ਦਾ ਕੰਮ ਇਹ ਹੈ ਕਿ ਜਿਸ ਨੂੰ ਉਸਨੇ ਘੱਲਿਆ ਹੈ ਉਸ ਉੱਤੇ ਵਿਸ਼ਵਾਸ ਕਰੋ। ਤੇ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਸਾਡੀਆਂ ਪੁਰਖਿਆਂ ਨੂੰ
ਜਿੱਥੇ ਅਸੀਂ ਬੈਠੇ ਹੋਏ ਇਸ ਵੇਲੇ ਜਿਹੜਾ ਦੇਖਦੇ ਪਏ ਹਾਂ, ਉਸ ਹਿੱਸੇ ਨੂੰ ਉਹਨਾਂ ਨੇ ਕਿਹਾ ਸਾਡੀਆਂ ਪੁਰਖਿਆਂ ਨੂੰ ਉਜਾੜ ਦੇ ਵਿੱਚ ਉਸਨੇ ਮੰਨਾ ਦਿੱਤਾ ਸੀ। ਪਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਿਹੜਾ ਮੰਨਾ ਉਹਨਾਂ ਨੂੰ ਮਿਲਿਆ ਸੀ ਉਹ ਉਜਾੜ 'ਚ ਹੀ ਮਿਲ ਗਿਆ। ਪਰ ਜਿਹੜੀ ਰੋਟੀ ਤੁਹਾਨੂੰ ਮੈਂ ਦਿੰਦਾ, ਇਸ ਦੇ ਨਾਲ ਤੁਹਾਨੂੰ ਸਦੀਪਕ ਜੀਵਨ ਮਿਲੇਗਾ। ਤੇ ਫਿਰ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਇਹ ਰੋਟੀ ਨਿਤ ਦਿਆ ਕਰੋ। ਪ੍ਰਭੂ ਯਿਸੂ ਨੇ ਉਸ ਲਈ ਜਿਹੜਾ ਜਵਾਬ ਦੇ ਵਿੱਚ ਕਿਹਾ ਸੀ, ਉਹ ਰੋਟੀ ਮੈਂ ਹੀ ਹਾਂ। ਜੇ ਕੋਈ ਮੇਰੇ ਕੋਲ ਆਉਂਦਾ ਹੈ ਤੇ ਉਹ ਕਦੀ ਭੁੱਖਾ ਨਹੀਂ ਹੋਵੇਗਾ, ਜੋ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਕਦੀ ਤਿਆਰ। ਉਹ ਭੁੱਖ ਪਿਆਸ ਜਿਸ ਦੇ ਲਈ ਲੋਕ ਜਗ੍ਹਾ ਜਗ੍ਹਾ ਭਟਕਦੇ ਪਏ ਆ, ਪ੍ਰਭੂ ਯਿਸੂ ਨੇ ਉਸ ਦੀ ਗੱਲ ਕੀਤੀ। ਸੋ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਪਹਿਲੀ ਚੀਜ਼ ਉਹਨਾਂ ਨੂੰ ਇਹ ਦੱਸੀ ਕਿ ਤੁਹਾਡਾ ਵਿਸ਼ਵਾਸ ਇਸ ਕਰਕੇ ਮੇਰੇ ਉੱਤੇ ਨਹੀਂ ਕਿ ਮੇਰੇ ਬਾਪ ਨੇ ਤੁਹਾਨੂੰ ਮੈਨੂੰ ਦਿੱਤਾ ਨਹੀਂ, ਤੁਹਾਨੂੰ ਮੈਨੂੰ ਦਿੱਤਾ ਨਹੀਂ। ਔਰ ਇੱਥੇ ਅਸੀਂ ਉਹ ਜਨਰੇਸ਼ਨਲ ਕਰਸ ਦੇਖ ਸਕਦੇ ਉਹਨਾਂ ਦੇ ਕਿ ਉਹਨਾਂ ਦੇ ਕੰਨ ਵੀ ਬੰਦ ਆ ਤੇ ਉਹਨਾਂ ਦੀਆਂ ਅੱਖਾਂ ਵੀ ਬੰਦ, ਕਿਉਂਕਿ ਉਹਨਾਂ ਨੇ ਵਚਨ ਤੋਂ ਅਲੱਗ ਹੋ ਕੇ ਬਹੁਤ ਸਾਰੀਆਂ ਪੋਥੀਆਂ ਲਿਖ, ਉਹਨਾਂ ਦੇ ਜਿਹੜੇ ਸੀਗੇ ਇਹ ਲੀਡਰ ਸੀਗੇ, ਉਹਨਾਂ ਨੇ ਐਸੀਆਂ ਪੋਥੀਆਂ ਲਿਖ ਦਿੱਤੀਆਂ ਤੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਲ ਦੀ ਖੱਲ ਲਾਉਣ ਤੋਂ ਹੋਰ ਕੁਛ ਨਹੀਂ ਸੀ ਕਰਦੇ। ਔਰ ਲੋਕਾਂ ਨੂੰ ਹੋਰ ਪ੍ਰਭੂ ਨੇ ਤਾਂ 10 ਲਾ ਉਹਨਾਂ ਨੂੰ ਦਿੱਤੇ ਸੀਗੇ ਤੇ ਉਹਨਾਂ ਨੇ 12,000 ਲਾ ਆਪਣੇ ਆਪ ਹੀ ਬਣਾ ਲਏ ਸੀ। ਔਰ ਲੋਕਾਂ ਨੂੰ ਏਦਾਂ ਲੱਦਿਆ ਸੀ ਉਹਨਾਂ ਚੀਜ਼ਾਂ ਦੇ ਨਾਲ ਕਿ ਲੋਕ ਉਹ ਭਾਰ ਚੁੱਕ ਨਹੀਂ ਸੀ ਸਕਦੇ। ਔਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਇਹ ਕੰਮ ਤੁਸੀਂ ਆਪ ਕੀਤੇ ਆ, ਸੋ ਇਸ ਕਰਕੇ ਤੁਸੀਂ ਵਿਸ਼ਵਾਸ ਨਹੀਂ ਮੇਰੇ ਤੇ ਕਰਦੇ। ਪਰ ਹਰ ਜਿਹੜਾ ਮੇਰਾ ਪਿਤਾ, ਜਿਸ ਨੂੰ ਮੇਰਾ ਪਿਤਾ ਮੈਨੂੰ ਦਿੰਦਾ, ਇਹ ਪਿਤਾ ਦਾ ਚੁਣਾਵ ਆ। ਜਿਸ ਤਰ੍ਹਾਂ ਪਿਤਾ ਨੇ ਚੁਣਾਵ ਉੱਥੇ ਕੀਤਾ ਸੀ, ਏਦਾਂ ਹੀ ਇੱਥੇ ਚੁਣਾਵ ਆ। ਮੈਂ ਉਸਨੂੰ ਕਦੀ ਵਾਪਸ ਨਹੀਂ ਕਰੂੰਗਾ ਔਰ ਅੰਤਮ ਦਿਨ ਉਸਨੂੰ ਫਿਰ ਜਿੰਦਾ ਕਰਾਂਗਾ। ਉਸਨੂੰ ਮੈਂ ਕਦੀ ਵਾਪਸ ਨਹੀਂ ਕਰ ਲਾਂਗਾ। ਔਰ ਮੇਰੇ ਪਿਤਾ ਦੀ ਮਰਜ਼ੀ ਇਹ ਹੈ ਕਿ ਹਰ ਕੋਈ ਜੋ ਪੁੱਤਰ ਨੂੰ ਦੇਖਦਾ ਹੈ, ਉਸ ਉੱਤੇ ਵਿਸ਼ਵਾਸ ਕਰਦਾ ਹੈ, ਅਨੰਤ ਜੀਵਨ ਪਾਵੇ ਅਤੇ ਅੰਤਮ ਦਿਨ ਮੈਂ ਉਸਨੂੰ ਫਿਰ ਜਿੰਦਾ ਕਰਾਂ। ਇਹ ਸਾਡਾ ਚੌਥਾ ਪੁਆਇੰਟ ਸੀ। ਸਾਡਾ ਪੰਜਵਾਂ ਪੁਆਇੰਟ ਸੀ ਜਿਹੜਾ 44 ਜਿਹੜੀ ਵਰਸ ਸੀਗੀ, ਮੇਰੇ ਕੋਲ ਕੋਈ ਨਹੀਂ ਆ ਸਕਦਾ ਜਦੋਂ ਤੱਕ ਕਿ ਮੇਰਾ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ ਉਸਨੂੰ ਮੇਰੇ ਆਉਣ ਦੇ ਲਈ ਪ੍ਰੇਰਿਤ ਨਾ ਕਰੇ ਔਰ ਅੰਤਮ ਦਿਨ ਉਸਨੂੰ ਅੰਤਮ ਦਿਨ ਮੈਂ ਜਿੰਦਾ ਕਰਾਂਗਾ। That was number 5 ਕਿ ਬਾਪ ਲੈ ਕੇ ਆਉਂਦਾ, ਬਾਪ ਪ੍ਰੇਰਿਤ ਕਰਦਾ। ਔਰ ਅਗਲੀ ਚੀਜ਼ ਜਿਹੜੀ ਸੀਗੀ 45ਵੀਂ ਆਇਤ, ਪ੍ਰਭੂ ਨੇ ਕਿਹਾ ਨਵੀਆਂ ਦੀਆਂ ਪੁਸਤਕਾਂ ਦੇ ਵਿੱਚ ਲਿਖਿਆ ਹੈ, ਪਰਮੇਸ਼ਰ ਉਹਨਾਂ ਸਾਰਿਆਂ ਨੂੰ ਸਿਖਾਏਗਾ ਅਤੇ ਉਹ ਸਾਰੇ ਜੋ ਪਿਤਾ ਦੀ ਸੁਣ ਕੇ ਉਸਦੇ ਕੋਲੋਂ ਸਿੱਖਦੇ ਹਨ ਉਹ ਮੇਰੇ ਕੋਲ ਆਉਂਦੇ ਹਨ। ਸੋ ਅਸੀਂ ਇਹ ਜਿਹੜੀ ਸੀ ਇਹ ਚੀਜ਼ ਦੇਖੀ ਸੀਗੀ, ਉਹ ਵੀ ਪਿਤਾ ਦਾ ਚੁਣਾਵ ਸੀ ਔਰ ਅੱਜ ਅਸੀਂ ਵੀ ਉਸੇ ਤਰ੍ਹਾਂ ਪਿਤਾ ਦਾ ਚੁਣਾਵ, ਉਹ ਚੁਣ ਕੇ ਸਾਨੂੰ ਪ੍ਰਭੂ ਦੇ ਕੋਲ ਲੈ ਕੇ ਆਉਂਦਾ। ਸੋ ਹੁਣ ਅਸੀਂ ਇਸੇ ਦੇ 10ਵੇਂ ਯਹੂਨਾ ਦੇ 10ਵੇਂ ਭਾਵ ਦੇ ਵਿੱਚ ਦੇਖਾਂਗੇ ਔਰ ਇਸ ਦਾ ਪੰਨਾ ਹੈ 183 ਔਰ ਇੱਥੇ ਪ੍ਰਭੂ ਯਿਸੂ ਮਸੀਹ ਆਪਣੇ ਆਪ ਨੂੰ ਇੱਕ ਅੱਛਾ ਚਰਵਾਹਾ ਦੱਸਦੇ ਕਿ ਅੱਛਾ ਚਰਵਾਹਾ ਮੈਂ। ਸੋ ਅਸੀਂ ਇਸ ਦੀ ਇਹ ਬੜਾ ਪਿਆਰਾ ਹਿੱਸਾ ਆ। ਸੋ ਆਓ ਅਸੀਂ ਇਸ ਇਸ ਦੀ ਪਹਿਲੀਆਂ 19 ਆਇਤਾਂ ਪਹਿਲਾਂ ਦੇਖਾਂਗੇ, ਜਿਸ ਨੂੰ ਮਿਲ ਜਾਓ ਪੜ੍ਹਦੇ। ਪਹਿਲੀਆਂ 19 ਆਇਤਾਂ ਮੈਂ ਪੜ੍ਹ ਦਿੰਦੀ ਬਸ ਜੀ। ਹਾਂਜੀ, ਭੇਡਾਂ ਦੇ ਬਾੜੇ ਦੀ ਉਦਾਹਰਨ। ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਉਹ ਜਿਹੜਾ ਦਰਵਾਜ਼ੇ ਰਾਹੀਂ ਭੇਡਾਂ ਦੇ ਬਾੜੇ ਵਿੱਚ ਨਹੀਂ ਜਾਂਦਾ, ਸਗੋਂ ਕਿਸੇ ਦੂਜੇ ਰਾਹ ਕੰਨ ਟੱਪ ਕੇ ਅੰਦਰ ਆਉਂਦਾ ਹੈ, ਉਹ ਚੋਰ ਤੇ ਡਾਕੂ ਹੈ। ਪਰ ਉਹ ਜਿਹੜਾ ਦਰਵਾਜ਼ੇ ਰਾਹੀਂ ਅੰਦਰ ਆਉਂਦਾ ਹੈ, ਉਹ ਭੇਡਾਂ ਦਾ ਚਰਵਾਹਾ ਹੈ। ਉਸ ਦੇ ਲਈ ਦੁਆਰਪਾਲ ਦਰਵਾਜ਼ਾ ਖੋਲ ਦਿੰਦਾ ਹੈ। ਭੇਡਾਂ ਉਸ ਦੀ ਆਵਾਜ਼ ਸੁਣਦੀਆਂ ਹਨ, ਜਦੋਂ ਕਿ ਉਹ ਆਪਣੀਆਂ ਭੇਡਾਂ ਨੂੰ ਨਾਂ ਲੈ ਕੇ ਪੁਕਾਰਦਾ ਅਤੇ ਉਹਨਾਂ ਨੂੰ ਬਾਹਰ ਲੈ ਜਾਂਦਾ ਹੈ।
ਉਹ ਉਹਨਾਂ ਦੇ ਅੱਗੇ ਅੱਗੇ ਚੱਲਦਾ ਹੈ ਤੇ ਭੇਡਾਂ ਉਸ ਦੇ ਪਿੱਛੇ ਪਿੱਛੇ ਚੱਲਦੀਆਂ ਹਨ, ਕਿਉਂਕਿ ਉਹ ਉਸ ਦੀ ਆਵਾਜ਼ ਨੂੰ ਪਛਾਣਦੀਆਂ ਹਨ। ਉਹ ਕਿਸੇ ਅਣਜਾਣ ਦੇ ਪਿੱਛੇ ਨਹੀਂ ਚੱਲਣਗੀਆਂ, ਸਗੋਂ ਉਸ ਤੋਂ ਦੂਰ ਭੱਜਣਗੀਆਂ, ਕਿਉਂਕਿ ਉਹ ਉਸ ਅਣਜਾਣ ਮਨੁੱਖ ਨੂੰ ਨਹੀਂ ਪਛਾਣਦੀਆਂ ਹਨ। ਯਿਸੂ ਨੇ ਉਹਨਾਂ ਨੂੰ ਇਹ ਉਦਾਹਰਣ ਦਿੱਤੀ, ਪਰ ਉਹ ਸਮਝ ਨਾ ਸਕੇ ਕਿ ਉਹ ਉਹਨਾਂ ਨੂੰ ਕੀ ਕਹਿ ਰਹੇ ਹਨ। ਪ੍ਰਭੂ ਯਿਸੂ ਇੱਕ ਅੱਛਾ ਚਰਵਾਹਾ, ਇਸ ਲਈ ਯਿਸੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਭੇਡਾਂ ਦਾ ਦਰਵਾਜ਼ਾ ਮੈਂ ਹਾਂ। ਉਹ ਸਾਰੇ ਜਿਹੜੇ ਮੇਰੇ ਤੋਂ ਪਹਿਲਾਂ ਆਏ ਚੋਰ ਤੇ ਡਾਕੂ ਹਨ, ਪਰ ਭੇਡਾਂ ਨੇ ਉਹਨਾਂ ਦੀ ਨਾ ਸੁਣੀ। ਦਰਵਾਜ਼ਾ ਮੈਂ ਹਾਂ, ਜੋ ਮੇਰੇ ਅੰਦਰ ਆਉਂਦਾ ਹੈ ਉਹ ਮੁਕਤੀ ਪਾਵੇਗਾ। ਉਹ ਅੰਦਰ ਬਾਹਰ ਆਇਆ ਜਾਇਆ ਕਰੇਗਾ ਤੇ ਚਾਰਾ ਪਾਵੇਗਾ। ਚੋਰ ਕੇਵਲ ਚੋਰੀ ਕਰਨ ਅਤੇ ਮਾਰਨ ਅਤੇ ਨਾਸ਼ ਕਰਨ ਲਈ ਆਉਂਦਾ ਹੈ। ਮੈਂ ਇਸ ਲਈ ਆਇਆ ਹਾਂ ਕਿ ਉਹ ਜੀਵਨ ਪ੍ਰਾਪਤ ਕਰਨ ਅਤੇ ਬਹੁਲਤਾ ਨਾਲ ਪ੍ਰਾਪਤ ਕਰਨ। ਮੈਂ ਅੱਛਾ ਚਰਵਾਹਾ ਹਾਂ। ਅੱਛਾ ਚਰਵਾਹਾ ਭੇਡਾਂ ਦੇ ਲਈ ਆਪਣੀ ਜਾਨ ਦਿੰਦਾ ਹੈ। ਕਾਮਾ ਜੋ ਕਿ ਨਾ ਚਰਵਾਹਾ ਹੈ ਨਾ ਹੀ ਭੇਡਾਂ ਦਾ ਮਾਲਕ ਹੈ, ਉਹ ਬਘਿਆੜ ਨੂੰ ਆਉਂਦਿਆਂ ਦੇਖ ਕੇ ਭੇਡਾਂ ਨੂੰ ਛੱਡ ਕੇ ਨੱਸ ਜਾਂਦਾ ਹੈ। ਇਸ ਲਈ ਬਘਿਆੜ ਭੇਡਾਂ ਨੂੰ ਫੜਦਾ ਹੈ ਤੇ ਉਹਨਾਂ ਨੂੰ ਤਿੱਤਰ ਬਿੱਤਰ ਕਰ ਦਿੰਦਾ ਹੈ। ਕਾਮਾ ਨੱਸ ਜਾਂਦਾ ਹੈ ਕਿਉਂਕਿ ਉਹ ਕੇਵਲ ਕਾਮਾ ਹੀ ਤਾਂ ਹੈ ਅਤੇ ਉਸ ਨੂੰ ਭੇਡਾਂ ਦੀ ਕੋਈ ਚਿੰਤਾ ਨਹੀਂ ਹੈ। ਮੈਂ ਅੱਛਾ ਚਰਵਾਹਾ ਹਾਂ। ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ। ਮੈਂ ਆਪਣੀ ਜਾਨ ਭੇਡਾਂ ਦੇ ਲਈ ਦਿੰਦਾ ਹਾਂ। ਜਿਵੇਂ ਪਿਤਾ ਮੈਨੂੰ ਜਾਣਦਾ ਹੈ ਤੇ ਮੈਂ ਪਿਤਾ ਨੂੰ ਜਾਣਦਾ ਹਾਂ, ਮੈਂ ਆਪਣੀ ਜਾਨ ਭੇਡਾਂ ਦੇ ਲਈ ਦਿੰਦਾ ਹਾਂ। ਮੇਰੀਆਂ ਕੁਝ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਵਾੜੇ ਦੀਆਂ ਨਹੀਂ ਹਨ। ਉਹਨਾਂ ਨੂੰ ਮੇਰੇ ਲਈ ਲਿਆਉਣਾ ਜ਼ਰੂਰੀ ਹੈ। ਉਹ ਮੇਰੀ ਆਵਾਜ਼ ਸੁਣਨਗੀਆਂ, ਫਿਰ ਇੱਕ ਹੀ ਇੱਜੜ ਹੋਵੇਗਾ ਤੇ ਇੱਕ ਹੀ ਚਰਵਾਹਾ। ਪਿਤਾ ਮੈਨੂੰ ਇਸ ਕਾਰਨ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ ਕਿ ਉਸ ਨੂੰ ਵਾਪਸ ਲੈ ਲਵਾਂ। ਕੋਈ ਮੇਰੇ ਤੋਂ ਮੇਰੀ ਜਾਨ ਖੋ ਨਹੀਂ ਸਕਦਾ, ਸਗੋਂ ਮੈਂ ਆਪ ਉਸ ਨੂੰ ਦਿੰਦਾ ਹਾਂ। ਮੈਨੂੰ ਜਾਨ ਦੇਣ ਦਾ ਅਤੇ ਵਾਪਸ ਲੈਣ ਦਾ ਅਧਿਕਾਰ ਵੀ ਹੈ। ਇਹ ਹੀ ਆਗਿਆ ਮੈਨੂੰ ਆਪਣੇ ਪਿਤਾ ਕੋਲੋਂ ਮਿਲੀ। ਇਹਨਾਂ ਸ਼ਬਦਾਂ ਦੇ ਕਾਰਨ ਯਹੂਦੀਆਂ ਵਿੱਚ ਫੁੱਟ ਪੈ ਗਈ। ਉਹਨਾਂ ਵਿੱਚੋਂ ਕੁਝ ਕਹਿੰਦੇ ਸਨ, ਉਸ ਵਿੱਚ ਭੂਤ ਹੈ, ਉਹ ਪਾਗਲ ਹੈ, ਉਸ ਦੀ ਕਿਉਂ ਸੁਣਦੇ ਹੋ? ਪਰ ਕੁਝ ਹੋਰ ਕਹਿੰਦੇ ਸਨ, ਇਹ ਸ਼ਬਦ ਭੂਤ ਚੰਬੜੇ ਆਦਮੀ ਦੇ ਨਹੀਂ ਹੋ ਸਕਦੇ। ਕੀ ਭੂਤ ਅੰਨੇ ਦੀਆਂ ਅੱਖਾਂ ਖੋਲ ਸਕਦਾ ਹੈ? ਆਮੀਨ। ਅਸੀਂ ਇੱਥੇ ਤੱਕ ਦੇਖਾਂਗੇ। ਇਸ ਤੋਂ ਗਾਂ ਵੀ ਸਿਸਟਰ ਜੀ ਪੜ੍ਹਨਾ, ਪਰ ਹਾਲੇ ਤੱਕ ਆਪਾਂ ਇੱਥੇ ਤੱਕ ਦੇਖਾਂਗੇ। ਹੁਣ ਇੱਥੇ ਅਸੀਂ ਜਿਹੜੀ ਚੀਜ਼ ਦੇਖਦੇ ਪਏ ਹਾਂ, ਇਹ ਬਿਲਕੁਲ ਪ੍ਰਭੂ ਯਿਸੂ ਮਸੀਹ ਨੇ ਹੁਣ ਉਹ ਜਿਹੜੀਆਂ ਚੀਜ਼ਾਂ ਪਿੱਛੇ ਗਈਆਂ ਉਹਨਾਂ ਨੂੰ ਖੋਲਦੇ ਪਏ। ਔਰ ਇਸ ਵੇਲੇ ਉੱਥੇ ਫਰੀਸੀਆਂ ਦਾ ਢੇਰ ਲੱਗਾ ਪਿਆ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇੱਕ ਅੰਨੇ ਦੀਆਂ ਅੱਖਾਂ ਖੋਲੀ, ਜਿਹੜਾ ਜਨਮ ਤੋਂ ਅੰਨਾ ਸੀ ਔਰ 40 ਸਾਲਾਂ ਤੋਂ ਅੰਨਾ ਸੀ, ਔਰ ਉਸ ਦੀਆਂ ਅੱਖਾਂ ਦੇ ਵਿੱਚ ਡੇਲੇ ਨਹੀਂ ਸੀ। ਪ੍ਰਭੂ ਨੇ ਡੇਲੇ ਬਣਾ ਕੇ ਉਸ ਤੇ ਪਾਏ ਔਰ ਹੁਣ ਦੇਖਦਾ ਪਿਆ, ਔਰ ਉਹਦੇ ਕਰਕੇ ਹਲਚਲ ਮਚੀ ਪਈ। ਫਰੀਸੀਆਂ ਦਾ ਜ਼ੋਰ ਲਗਾਇਆ ਕਿ ਉਹ ਉਹਦੇ ਮਾਂ-ਬਾਪ ਤੋਂ ਇਹ ਕਹਾਉਣ ਕਿ ਨਹੀਂ, ਇਹ ਅੰਨਾ ਨਹੀਂ ਸੀਗਾ, ਇਹ ਠੀਕ ਸੀਗਾ। ਪਰ ਮਾਂ-ਬਾਪ ਨੇ ਆ ਕੇ ਇੱਕ ਹੋਰ ਉੱਥੇ ਪੌੜਾ ਪਾਤਾ। ਉਹ ਕਹਿੰਦੇ ਕਿ ਹਾਂ, ਸਾਨੂੰ ਇੰਨਾ ਤਾਂ ਪਤਾ ਕਿ ਇਹ ਅੰਨਾ ਪੈਦਾ ਹੋਇਆ, ਪਰ ਹੁਣ ਇਹ ਦੇਖਦਾ, ਇਹ ਸਾਨੂੰ ਨਹੀਂ ਪਤਾ, ਇਹ ਜਵਾਨ ਆ, ਤੁਸੀਂ ਹੁਣ ਇਸ ਤੋਂ ਹੀ ਪੁੱਛ ਲਓ। ਇਹ ਬਾਲਗ, ਮਾਂ-ਬਾਪ ਨੂੰ ਇਸ ਦੇ ਲਈ ਆਨਸਰ ਦੇਣ ਦੀ ਲੋੜ ਨਹੀਂ। ਇਹ ਬੱਚਾ ਨਹੀਂ, ਬੱਚਾ ਹੋਵੇ ਤਾਂ ਅਸੀਂ ਇਸ ਤਰ੍ਹਾਂ ਆਨਸਰ ਦੇਈਏ, ਕਿਉਂਕਿ ਆਪਣੀ ਜਾਨ ਵਿਚਾਰੇ ਬਚਾਉਂਦੇ ਪਏ ਸੀ ਉਹਨਾਂ ਤੋਂ। ਹੁਣ ਜਿੱਧਰ ਨੂੰ ਵੀ ਉਹ ਅੰਨਾ ਜਾ ਰਿਹਾ, ਫਰੀਸੀਆਂ ਦਾ ਜਿਹੜਾ ਢੇਰ ਉਹਨਾਂ ਦੇ ਪਿੱਛੇ ਤੁਰਿਆ, ਔਰ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕਹਿ ਰਹੇ, ਇਹ ਚੀਜ਼ ਸਾਰੀ ਉਹਨਾਂ ਨੂੰ ਕਹਿ ਰਹੇ। ਇਹ ਜਿਹੜੇ ਫਰੀਸੀ ਸੀਗੇ, ਇਹਨਾਂ ਨੇ, ਜਿੱਦਾਂ ਅਸੀਂ ਪਹਿਲਾਂ ਦੇਖਿਆ ਕਿ ਬਹੁਤ ਸਾਰੀਆਂ ਪੁਸਤਕਾਂ ਇਹਨਾਂ ਨੇ ਲਿਖ ਲਈਆਂ ਸੀ। ਇਹਨਾਂ ਦੇ ਵਿੱਚ ਇਹਨਾਂ ਦੇ ਕੋਲ ਕਬਾਲਾ, ਮਿਸ਼ਨਾ, ਮਿਦਰਾਸ, ਜੋਹਾਰ, ਤਾਲਮੂਦ, ਇਸ ਤਰ੍ਹਾਂ ਦੀਆਂ ਜਿਹੜੀਆਂ ਕਿਤਾਬਾਂ ਇਹ ਪੜ੍ਹਦੇ ਸੀਗੇ, ਜਿਹੜੀਆਂ ਕਿ ਬਾਈਬਲ ਦਾ ਹਿੱਸਾ ਨੇ। ਔਰ ਇਹਨਾਂ ਕਿਤਾਬਾਂ ਦੇ ਵਿੱਚ ਸਾਰੇ ਤੋਂ ਸਾਰਾ ਜਿਹੜਾ ਜੋਰ ਸੀ ਉਹ ਇਹ ਸੀ ਕਿ ਸਾਡੇ ਬਜ਼ੁਰਗ ਆਦਮ ਨੇ ਪਰਮੇਸ਼ਰ ਦਾ ਲਾਇਆ ਹੋਇਆ ਨੌਲੇਜ ਦਾ ਜਿਹੜਾ ਭਲੇ ਬੁਰੇ ਦੀ ਪਹਿਚਾਣ ਦਾ ਫਰੂਟ ਆਫ ਨੌਲੇਜ ਉਸਨੇ ਖਾਧਾ ਹੈ। ਉਹ ਜਿਹੜੀ ਨੌਲੇਜ ਆ, ਕਿਉਂਕਿ ਉਹ ਦਰਖਤ ਪ੍ਰਭੂ ਨੇ ਲਾਇਆ ਸੀ, ਤੇ ਉਹ ਜਿਹੜਾ ਫਰੂਟ ਆ ਸਾਡੇ ਅੰਦਰ ਆ, ਅਸੀਂ ਉਹ ਕਿੱਦਾਂ, ਉਸ ਦੀ ਫੁੱਲਨੈਸ ਨੂੰ ਕਿੱਦਾਂ ਪ੍ਰਾਪਤ ਕਰੀ,
ਸਾਰੇ ਦਾ ਸਾਰਾ ਜਿਹੜਾ ਜੋਰ ਸੀਗਾ ਉਹ ਇਹਨਾਂ ਚੀਜ਼ਾਂ ਤੇ ਸੀ। ਔਰ ਪ੍ਰਭੂ ਯਿਸੂ ਮਸੀਹ ਇਸੇ ਕਰਕੇ ਉਹ ਪ੍ਰਭੂ ਯਿਸੂ ਮਸੀਹ ਨੂੰ ਪਹਿਚਾਨ ਨਹੀਂ ਸਕੇ, ਇਹਨਾਂ ਕਾਰਨਾਂ ਦੇ ਕਰਕੇ। ਔਰ ਜਿਸ ਲਈ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਪਏ ਤੇ ਪ੍ਰਭੂ ਯਿਸੂ ਮਸੀਹ ਨੇ ਇਹ ਕਿਹਾ ਕਿ ਦਰਵਾਜ਼ਾ ਮੈਂ ਹਾਂ। ਸਭ ਤੋਂ ਪਹਿਲਾਂ ਜੋ ਮੇਰੇ ਰਾਹੀਂ ਅੰਦਰ ਆਉਂਦਾ, ਜੋ ਮੇਰੇ ਰਾਹੀਂ ਅੰਦਰ ਆਉਂਦਾ, ਉਹ ਅੰਦਰ ਬਾਹਰ ਆਇਆ ਜਾਇਆ ਕਰੇਗਾ ਔਰ ਚਾਰਾ ਪਾਇਆ ਕਰੇਗਾ। ਇਹ ਪ੍ਰਭੂ ਯਿਸੂ ਮਸੀਹ ਨੇ ਪਹਿਲੀ ਚੀਜ਼ ਇੱਥੇ ਇਹ ਕਹੀ। ਦੂਸਰੀ ਚੀਜ਼ ਪ੍ਰਭੂ ਯਿਸੂ ਮਸੀਹ ਨੇ ਜਿਹੜੀ ਖਾਸ ਕਹੀ ਆ ਉਹ ਇਹ ਕਹੀ ਆ ਕਿ ਮੇਰੀਆਂ 16ਵੀਂ ਆਇਤ ਮੇਨ ਜਿਹੜੀ ਸਾਡੇ ਉੱਤੇ ਲਾਗੂ ਹੁੰਦੀ, ਔਰ ਜਿਹੜੀ ਅਬਰਾਹਮ ਦੀ ਬਲੈਸਿੰਗ ਦਾ ਜਿਹੜਾ ਉਸਨੂੰ ਮਿਲੀ ਸੀਗੀ, ਜਿਹੜੀ ਅਬਰਾਹਮ ਨੇ ਆਵਾਜ਼ ਪ੍ਰਭੂ ਦੀ ਪਹਿਲੀ ਵਾਰੀ ਸੁਣੀ ਸੀ, ਉਸ ਦਾ ਜਿਹੜਾ ਆਖਰੀ ਹਿੱਸਾ ਇਹ ਸੀ ਕਿ ਦੂਜੀਆਂ ਕੌਮਾਂ ਤੇਰੇ ਤੋਂ ਬਰਕਤ ਪ੍ਰਾਪਤ ਕਰਨਗੀ। ਸੋ ਪ੍ਰਭੂ ਯਿਸੂ ਨੇ ਇੱਥੇ ਉਸ ਚੀਜ਼ ਨੂੰ ਖੋਲਿਆ ਕਿ ਮੇਰੀਆਂ ਕੁਝ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਬਾੜੇ ਦੀਆਂ ਨਹੀਂ ਹਨ। ਕੁਝ ਦਾ ਮਤਲਬ ਇਹ ਨਹੀਂ ਕਿ ਥੋੜੀਆਂ ਜਿਹੀਆਂ, ਥੋੜੀਆਂ ਜਿਹੀਆਂ। ਇਹ ਸ਼ਬਦ ਜਿਹੜਾ ਇੱਥੇ ਕੁਝ ਲਾਇਆ ਗਿਆ ਐਕਚੁਅਲੀ ਇਹ ਗ੍ਰੀਕ ਦੇ ਵਿੱਚ ਹੈ ਨਹੀਂ। ਉੱਥੇ ਹੈ ਕਿ ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਬਾੜੇ ਦੇ ਵਿੱਚ ਨਹੀਂ ਹਨ, ਉਹਨਾਂ ਨੂੰ ਮੇਰੇ ਲਈ ਲਿਆਉਣਾ ਜ਼ਰੂਰੀ ਹੈ। And that's a must. ਉਹਨਾਂ ਨੂੰ ਮੇਰੇ ਲਈ ਲਿਆਉਣਾ ਜ਼ਰੂਰੀ ਹੈ। ਉਹ ਮੇਰੀ ਆਵਾਜ਼ ਸੁਣਨਗੀਆਂ ਜਿਸ ਤਰ੍ਹਾਂ ਉਹਨਾਂ ਨੇ ਆਵਾਜ਼ ਸੁਣੀ ਸੀ ਉਸ ਅੱਗ ਦੇ ਵਿੱਚੋਂ ਜੋ ਜਿਸ ਦੀ ਅਸੀਂ ਦੇਖ ਕੇ ਹਟੇ ਹਾਂ। ਉਹ ਮੇਰੀ ਆਵਾਜ਼ ਸੁਣਨਗੀਆਂ ਅਤੇ ਫਿਰ ਇੱਕ ਹੀ ਜੜ ਹੋਵੇਗਾ ਤੇ ਇੱਕ ਹੀ ਜਵਾਬ। ਹੁਣ ਉਹਨਾਂ ਨੂੰ ਇਸ ਚੀਜ਼ ਦੀ ਪਈ ਆ ਯਹੂਦੀਆਂ ਨੂੰ ਕਿ ਇਹ ਕੀ ਕਹਿ ਰਿਹਾ। ਸੋ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਬਹਿਸ ਛਿੜ ਗਈ। ਔਰ ਹੁਣ ਬਹਿਸ ਦੇ ਵਿੱਚ ਇਹ ਹੈ ਕਿ ਕੋਈ ਕਹਿ ਰਿਹਾ ਇਸ ਦੇ ਵਿੱਚ ਭੂਤ ਆ, ਇਹ ਪਾਗਲ ਆ, ਤੇ ਦੂਸਰੇ ਕਹਿ ਰਹੇ ਕਿ ਜੇ ਕਿਸੇ ਦੇ ਵਿੱਚ ਭੂਤ ਜਾਂ ਕੋਈ ਪਾਗਲ ਹੋਵੇ ਉਹ ਅੰਨੇ ਦੀਆਂ ਅੱਖਾਂ ਖੋਲ ਸਕਦਾ, ਉਹਨੇ ਦੀਆਂ ਅੱਖਾਂ ਖੋਲ ਸਕਦਾ। ਸੋ ਉਹਨਾਂ ਦੇ ਅੰਦਰ ਕੰਮ ਹੋ ਰਿਹਾ, ਚੱਲਦਾ ਪਿਆ, ਉਹ ਡਿਬੇਟ ਚੱਲਣੀ ਸ਼ੁਰੂ ਹੋ ਗਈ। ਲੇਕਿਨ ਜਿਹੜੇ ਉੱਥੇ ਫਰੀਸੀ ਆ ਉਹਨਾਂ ਦੇ ਅੰਦਰ ਇਹ ਡਿਬੇਟ ਨਹੀਂ ਚੱਲ ਰਹੀ। ਕਿਉਂ? ਕਿਉਂਕਿ ਜਿਸ ਵੇਲੇ ਅਸੀਂ ਅਗਰ 9ਵੇਂ ਭਾਵ ਦੀ 39 ਆਇਤ ਦੇ ਵਿੱਚ ਦੇਖੀਏ ਤਾਂ ਪ੍ਰਭੂ ਨੇ ਉਹਨਾਂ ਨੂੰ ਜਵਾਬ ਦਿੱਤਾ। ਇਸੇ ਦੇ 9ਵੇਂ ਭਾਵ ਦੀ 39-40 ਆਇਤ ਨੂੰ ਤੋਂ 41 ਆਇਤ ਨੂੰ ਦੇਖੀਏ। ਯਿਸੂ ਨੇ ਕਿਹਾ ਕਿ ਮੈਂ ਸੰਸਾਰ ਦੇ ਵਿੱਚ ਨਿਆਂ ਦੇ ਲਈ ਆਇਆ ਹਾਂ। ਜਿਹੜੇ ਦੇਖਦੇ ਨਹੀਂ ਉਹ ਦੇਖਣ ਅਤੇ ਜਿਹੜੇ ਦੇਖਦੇ ਹਨ ਅੰਨੇ ਹੋ ਜਾਣ। ਕੁਝ ਫਰੀਸੀ ਜਿਹੜੇ ਉੱਥੇ ਯਿਸੂ ਦੇ ਨਾਲ ਸਨ ਇਹ ਸੁਣ ਕੇ ਬੋਲੇ ਕਿ ਅਸੀਂ ਵੀ ਅੰਨੇ ਹਾਂ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਜੇਕਰ ਤੁਸੀਂ ਅੰਨੇ ਹੁੰਦੇ ਤਾਂ ਪਾਪ ਦੇ ਭਾਗੀ ਨਾ ਹੁੰਦੇ, ਪਰ ਤੁਸੀਂ ਕਹਿੰਦੇ ਹੋ ਕਿ ਅਸੀਂ ਦੇਖਦੇ ਹਾਂ, ਇਸ ਕਾਰਨ ਤੁਹਾਡਾ ਪਾਪ ਬਣਿਆ ਰਹਿੰਦਾ। ਪਰ ਦੂਜੇ ਪਾਸੇ ਲੋਕਾਂ ਦੇ ਵਿੱਚ ਇੱਕ ਅੱਛੀ ਡਿਬੇਟ ਸ਼ੁਰੂ ਹੋ ਚੁੱਕੀ ਹੈ, ਇੱਕ ਅੱਛੀ ਡਿਬੇਟ ਸ਼ੁਰੂ ਹੋ ਚੁੱਕੀ ਹੈ। ਸੋ ਆਓ ਹੁਣ ਅਸੀਂ ਇਸ ਨੂੰ 22 ਆਇਤ ਤੋਂ ਲੈ ਕੇ 30 ਆਇਤ ਤੱਕ, 22 ਤੋਂ 30। ਹਾਂਜੀ। ਪ੍ਰਭੂ ਯਿਸੂ ਦਾ ਯਹੂਦੀਆਂ ਦੁਆਰਾ ਰੱਦੇ ਜਾਣਾ। ਸਰਦੀ ਦੀ ਰੁੱਤ ਸੀ। ਯਰੂਸ਼ਲਮ ਵਿੱਚ ਪੁਨਰ ਅਰਪਿਤ ਕੀਤੇ ਜਾਣ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਯਿਸੂ ਮੰਦਿਰ ਵਿੱਚ ਸੁਲੇਮਾਨ ਦੀ ਡਿਓੜੀ ਵਿੱਚ ਟਹਿਲ ਰਹੇ ਸਨ। ਉਹਨਾਂ ਦੇ ਚਾਰੇ ਪਾਸੇ ਯਹੂਦੀ ਇਕੱਠੇ ਹੋ ਗਏ। ਉਹ ਯਿਸੂ ਤੋਂ ਪੁੱਛਣ ਲੱਗੇ, ਤੁਸੀਂ ਕਦੋਂ ਤੱਕ ਸਾਨੂੰ ਦੁਬਿਧਾ ਵਿੱਚ ਪਾਈ ਰੱਖੋਗੇ? ਜੇਕਰ ਤੁਸੀਂ ਮਸੀਹ ਹੋ ਤਾਂ ਸਾਨੂੰ ਸਾਫ਼-ਸਾਫ਼ ਦੱਸੋ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ, ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਹੋ। ਉਹ ਕੰਮ ਜਿਹੜੇ ਮੈਂ ਆਪਣੇ ਪਿਤਾ ਦੇ ਨਾਂ ਉੱਤੇ ਕਰਦਾ ਹਾਂ ਮੇਰੀ ਗਵਾਹੀ ਦਿੰਦੇ ਹਨ, ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹਨ। ਮੈਂ ਉਹਨਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਪਿੱਛੇ ਚੱਲਦੀਆਂ ਹਨ। ਮੈਂ ਉਹਨਾਂ ਨੂੰ ਅਨੰਤ ਜੀਵਨ ਦਿੰਦਾ ਹਾਂ
ਉਹ ਕਦੀ ਨਾਸ਼ ਨਹੀਂ ਹੋਣਗੀਆਂ। ਉਹਨਾਂ ਨੂੰ ਮੇਰੇ ਹੱਥੋਂ ਕਦੀ ਕੋਈ ਖੋ ਨਹੀਂ ਸਕਦਾ। ਉਹ ਜੋ ਕੁਝ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ ਸਭ ਤੋਂ ਉੱਤਮ ਹੈ ਅਤੇ ਕੋਈ ਵੀ ਉਸ ਨੂੰ ਮੇਰੇ ਪਿਤਾ ਕੋਲੋਂ ਖੋ ਨਹੀਂ ਸਕਦਾ। ਮੈਂ ਅਤੇ ਪਿਤਾ ਇੱਕ ਹਾਂ। ਸੋ ਹੁਣ ਅਗਰ ਧਿਆਨ ਦੇ ਨਾਲ ਇੱਥੇ ਦੇਖੀਏ ਕਿ ਪਿਤਾ ਬੇਟੇ ਨੂੰ ਉਹ ਭੇਡਾਂ ਦੇ ਰਿਹਾ, ਔਰ ਜਿਹੜੀ ਗੱਲ ਆ ਗਈ ਫਿਰ ਉੱਥੇ ਮੇਰੀ ਆਵਾਜ਼ ਨੂੰ ਸੁਣ, ਉਹਨਾਂ ਨੇ ਆਵਾਜ਼ ਸੁਣੀ ਸੀ ਔਰ ਉਹ ਚੁਣਾਵ ਦੀ ਆਵਾਜ਼ ਸੀ। ਔਰ ਜਿਸ ਲਈ ਪ੍ਰਭੂ ਯਿਸੂ ਦੀ ਆਵਾਜ਼ ਇਨਸਾਨ ਦੇ ਮਨ ਦੇ ਅੰਦਰ ਉਹ ਬੋਲਦਾ ਹੈ, ਔਰ ਇਸੇ ਤਰ੍ਹਾਂ ਪ੍ਰਭੂ ਨੇ ਸਾਡਾ ਚੁਣਾਵ ਕੀਤਾ। ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ। ਜਦੋਂ ਕੋਈ ਇਹ ਪ੍ਰਭੂ ਦਾ ਵਚਨ ਸਾਡੇ ਕੋਲ ਲੈ ਕੇ ਆਇਆ ਤੇ ਅਸੀਂ ਇਸ ਦੇ ਵਿੱਚੋਂ ਬਾਪ ਦੀ ਆਵਾਜ਼ ਨੂੰ ਸੁਣਿਆ, ਔਰ ਉਸ ਦੇ ਨਾਲ ਜਿਹੜਾ ਸੀਗਾ ਉਸ ਦੇ ਨਾਲ ਸਾਨੂੰ ਪਤਾ ਲੱਗਾ ਕਿ ਨਹੀਂ, ਮੈਂ ਜਿੱਥੇ ਬੈਠਾ ਆ ਉਹ ਨਹੀਂ ਹੈ, ਪਰ ਇਸ ਤੋਂ ਅੱਗੇ ਕੁਛ ਹੈ ਜੋ ਮੈਂ ਕਰਨ ਦੀ ਕੋਸ਼ਿਸ਼ ਕਰਦਾ ਪਿਆ, ਉਸ ਦੇ ਨਾਲ ਮੈਂ ਕਿਤੇ ਨਹੀਂ ਪਹੁੰਚੂਗਾ। ਪਰ ਜਿਹੜਾ ਮੇਰੇ ਕੋਲ ਆ ਰਿਹਾ, ਜਿਹੜਾ ਜਿਸ ਨੇ ਮੈਨੂੰ ਮੇਰਾ ਚੁਣਾਵ ਕੀਤਾ ਹੈ, ਜਿਹੜਾ ਮੈਨੂੰ ਆਵਾਜ਼ ਦੇ ਰਿਹਾ, ਸੋ ਜਿਹੜੀ ਸਭ ਤੋਂ ਇੱਥੇ ਪਿਆਰੀ ਚੀਜ਼ ਆ ਉਹ ਹੈ 27 ਆਇਤ ਤੋਂ ਲੈ ਕੇ, ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹਨ, ਮੈਂ ਉਹਨਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਪਿੱਛੇ ਚੱਲਦੇ ਹਨ, ਮੈਂ ਉਹਨਾਂ ਨੂੰ ਅਨੰਤ ਜੀਵਨ ਦਿੰਦਾ ਹਾਂ। ਅਸੀਂ 6ਵੇਂ ਭਾਵ ਦੇ ਵਿੱਚ ਵੀ ਬਾਰ-ਬਾਰ ਪ੍ਰਭੂ ਨੂੰ ਇਹ ਕਹਿੰਦੇ ਸੁਣਦੇ ਪਏ ਸੀ, ਠੀਕ। ਔਰ ਉਹ ਵੀ ਚੁਣਾਵ ਦਾ ਚੈਪਟਰ ਸੀ। ਉਹ ਮੇਰੇ ਹੱਥੋਂ, ਉਹਨਾਂ ਨੂੰ ਮੇਰੇ ਹੱਥੋਂ ਕੋਈ ਨਹੀਂ ਖੋ ਸਕਦਾ। ਉਹ ਜੋ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ ਸਭ ਤੋਂ ਉੱਤਮ, ਉਹ ਸਭ ਤੋਂ ਉੱਤਮ ਹੈ। It's a gift from God for me. ਔਰ ਕੋਈ ਵੀ ਉਸ ਨੂੰ ਪਿਤਾ ਦੇ ਕੋਲੋਂ ਨਹੀਂ ਖੋ ਸਕਦਾ ਹੈ। ਯਿਸੂ ਕਹਿੰਦਾ ਉਹਨਾਂ ਨੂੰ ਕੋਈ ਮੇਰੇ ਕੋਲੋਂ ਨਹੀਂ ਖੋ ਸਕਦਾ, ਉਹਨਾਂ ਨੂੰ ਕੋਈ ਪਿਤਾ ਦੇ ਕੋਲੋਂ ਨਹੀਂ ਖੋ ਸਕਦਾ, ਅਤੇ ਮੈਂ ਅਤੇ ਪਿਤਾ ਇੱਕ ਹਾਂ। ਮੈਂ ਔਰ ਪਿਤਾ ਇੱਕ ਹਾਂ। ਔਰ ਇੱਥੇ ਪ੍ਰਭੂ ਯਿਸੂ ਮਸੀਹ ਨੇ ਦਿਖਾ ਇਹ ਚੀਜ਼ ਕਹੀ ਆ ਕਿ ਧਰਤੀ ਤੇ ਜਿਹੜਾ ਤੁਸੀਂ ਰੂਪ ਦੇਖ ਰਹੇ ਆ ਮੇਰਾ, ਇਹ ਜਿਹੜਾ ਤੁਸੀਂ ਕਮਜ਼ੋਰ ਲੋਕ, ਇਹ ਮੇਰਾ ਦੇਖਿਆ ਜਾਣ ਵਾਲਾ ਰੂਪ। ਔਰ ਅਬਰਾਹਮ ਨੇ ਵੀ ਇਹੋ ਹੀ ਦੇਖਿਆ, मूसा ने भी ਇਹੋ ਦੇਖਿਆ, ਔਰ ਅੱਜ ਤੁਸੀਂ ਵੀ ਇਹੋ ਦੇਖ ਰਹੇ। ਔਰ ਇਸ ਦੇ ਵਿੱਚ ਮੈਂ 39 ਤੋਂ ਮੈਂ ਪੜੂੰਗਾ ਥੋੜੀਆਂ ਜਿਹੀਆਂ ਜਿਹੜੀਆਂ ਆਇਤਾਂ। ਕਹਿੰਦਾ ਇਸ ਉੱਤੇ ਉਹਨਾਂ ਨੇ ਇੱਕ ਵਾਰੀ ਫਿਰ ਯਿਸੂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਹਨਾਂ ਦੇ ਹੱਥੋਂ ਨਿਕਲ ਗਏ। ਯਿਸੂ ਫਿਰ ਜਰਦਨ ਦੇ ਪਾਰ ਦੀ ਥਾਂ ਤੇ ਚਲੇ ਗਏ ਜਿੱਥੇ ਯਹੂਨਾ ਪਹਿਲੇ ਬਪਤਿਸਮਾ ਦਿੰਦਾ ਹੁੰਦਾ ਸੀ। ਬਹੁਤ ਲੋਕੀ ਉਹਨਾਂ ਦੇ ਕੋਲ ਆਏ। ਉਹ ਕਹਿੰਦੇ ਸਨ ਬੇਸ਼ੱਕ ਯਹੂਨਾ ਨੇ ਕੋਈ ਚਿੰਨ੍ਹ ਨਹੀਂ ਦਿਖਾਇਆ, ਪਰ ਸਭ ਕੁਝ ਜੋ ਇਸ ਆਦਮੀ ਦੇ ਬਾਰੇ ਕਿਹਾ ਸੀ ਸੱਚ ਹੈ। ਉੱਥੇ ਬਹੁਤਿਆਂ ਨੇ ਯਿਸੂ ਦੇ ਉੱਤੇ ਵਿਸ਼ਵਾਸ ਕੀਤਾ। ਤੋ ਅਸੀਂ ਇਹ ਸਾਰੇ ਕੰਟੈਕਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਦੇਖਦੇ ਪਏ। ਸੋ ਇਹ ਉੱਥੇ ਉਹਨਾਂ ਦਾ ਚੁਣਾਵ ਪ੍ਰਭੂ ਨੇ ਕੀਤਾ। ਔਰ ਜਿਸ ਲਈ ਅਸੀਂ ਨਵੇਂ ਨੇਮ ਦੇ ਵਿੱਚ ਆਉਂਦੇ ਹਾਂ ਤੇ ਪ੍ਰਭੂ ਨੇ ਸਾਰੀ ਦੁਨੀਆ, ਉੱਥੇ ਸਿਰਫ ਇੱਕ ਕੌਮ ਚੁਣੀ ਆ, ਇੱਥੇ ਪ੍ਰਭੂ ਨੇ ਸਾਰੀ ਦੁਨੀਆ ਦੇ ਲਈ ਉਹ ਦਰਵਾਜ਼ਾ ਖੋਲਤਾ, ਕਿਉਂਕਿ ਦਰਵਾਜ਼ਾ ਉਹ ਆਪ, ਔਰ ਸਭ ਦੇ ਲਈ ਉਹ ਦਰਵਾਜ਼ਾ ਖੋਲ। ਔਰ ਜੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਜਿਹੜਾ ਵੀ ਇਨਸਾਨ ਜਾਂਦਾ ਉਸ ਦੇ ਲਈ ਉਹ ਦਰਵਾਜ਼ਾ ਖੁੱਲ੍ਹਾ। ਕਿਉਂ? ਕਿਉਂਕਿ ਯਿਸੂ ਨੇ ਕੀਮਤ ਦਿੱਤੀ ਸੀ ਤਾਂ ਉਹ ਦਰਵਾਜ਼ਾ ਉਸ ਦਿਨ ਖੁੱਲਿਆ ਸੀ। ਇਸ ਕਰਕੇ ਉਸ ਕੁਰਬਾਨੀ ਤੇ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਦਿੱਤੀ, ਕੁਰਬਾਨੀ ਦਾ ਮਤਲਬ ਹੁੰਦਾ ਕਿ ਕਿਸੇ ਨੂੰ ਦੋਵਾਂ ਚੀਜ਼ਾਂ ਨੂੰ ਕਰੀਬ ਲੈ ਕੇ ਆਉਣਾ।
ਔਰ ਉਹ ਜਿਹੜੀ ਕੁਰਬਾਨੀ ਸੀ ਉਹ ਸਾਨੂੰ ਪ੍ਰਭੂ ਦੇ ਕਰੀਬ ਲੈ ਕੇ ਆਈ। ਸੋ ਆਓ ਅਸੀਂ ਹੁਣ ਵਾਪਸ ਅੱਗੇ ਚੱਲੀਏ। ਸੋ ਇੱਥੇ ਅਸੀਂ ਇਹਦੇ ਵਿੱਚ ਅਸੀਂ ਆਪਣਾ ਚੁਣਾਵ ਦੇਖਦੇ ਪਏ। ਹੁਣ ਚੌਥੇ ਭਾਗ ਦੇ ਵਿੱਚ ਅਸੀਂ ਆ ਗਏ ਮੁੜ ਕੇ। ਆਓ ਚੌਥੇ ਭਾਗ ਦੇ 41 ਤੋਂ ਲੈ ਕੇ ਇਸ ਚੈਪਟਰ ਨੂੰ ਖਤਮ ਕਰੀਏ। ਮੈਂ ਕਰਦਾ ਹਾਂ ਜੀ। ਹਾਂਜੀ 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 ਹਾਂਜੀ। ਸ਼ਰਨ ਲੈਣ ਵਾਲੇ 3 ਨਗਰ। ਤਦ ਮੂਸਾ ਨੇ ਯਰਦਨ ਦਰਿਆ ਦੇ ਪੂਰਬੀ ਕੰਢੇ ਉੱਤੇ 3 ਸ਼ਹਿਰ ਵੱਖ ਕਰ ਦਿੱਤੇ। ਕੋਈ ਵੀ ਇਹੋ ਜਿਹਾ ਮਨੁੱਖ ਇਹਨਾਂ ਸ਼ਹਿਰਾਂ ਵਿੱਚ ਨੱਠ ਕੇ ਸ਼ਰਨ ਦੇ ਲਈ ਜਾ ਸਕਦਾ ਸੀ, ਜਿਸ ਕੋਲੋਂ ਅਣਜਾਣੇ ਹੀ ਆਪਣੇ ਗੁਆਂਢੀ ਦਾ ਕਤਲ ਹੋ ਗਿਆ ਹੋਵੇ, ਜਿਸ ਦਾ ਕਾਰਨ ਕੋਈ ਪੁਰਾਣੀ ਦੁਸ਼ਮਣੀ ਨਾ ਹੋਵੇ। ਬਸਰ ਨਗਰ ਜੋ ਉਜਾੜ ਚ ਪਹਾੜੀ ਇਲਾਕੇ ਵਿੱਚ ਹੈ, ਰਊਬੇਨ ਦੇ ਕਬੀਲੇ ਲਈ, ਗਮੋਥ ਗਾਦ ਦੇ ਕਬੀਲੇ ਲਈ ਅਤੇ ਬਸ਼ਾਨ ਦੇ ਇਲਾਕੇ ਦਾ ਗੋਲਾਨ ਨਗਰ ਮਨੋਸ਼ਾ ਦੇ ਕਬੀਲੇ ਲਈ। ਵਿਵਸਥਾ ਦੀ ਭੂਮਿਕਾ। ਮੂਸਾ ਨੇ ਜੋ ਵਿਵਸਥਾ ਇਜ਼ਰਾਈਲੀ ਲੋਕਾਂ ਦੇ ਸਾਹਮਣੇ ਰੱਖੀ ਉਹ ਇਸ ਤਰ੍ਹਾਂ ਹੈ। ਉਸਨੇ ਉਹਨਾਂ ਲੋਕਾਂ ਨੂੰ ਇਹ ਸਿੱਖਿਆ, ਵਿਧੀਆਂ, ਵਿਧਾਨ ਤੇ ਹੁਕਮ ਕਹੇ ਜਦੋਂ ਉਹ ਮਿਸਰ ਤੋਂ ਬਾਹਰ ਆਏ ਸਨ। ਇਹ ਮੂਸਾ ਨੇ ਯਰਦਨ ਦਰਿਆ ਦੇ ਦੂਜੇ ਪਾਸੇ ਬੈਤਪੋਰ ਦੇ ਸਾਹਮਣੇ ਦੀ ਘਾਟੀ ਵਿੱਚ ਕਹੇ ਸਨ। ਇਹ ਇਲਾਕਾ ਸਿਯੋਨ ਦਾ ਅਰਥਾਤ ਅਮੋਰੀਆ ਦੇ ਰਾਜਾ ਦਾ ਸੀ, ਜੋ ਆਪ ਹਸ਼ਬੋਨ ਵਿੱਚ ਰਹਿੰਦਾ ਸੀ। ਉਸ ਨੂੰ ਮੂਸਾ ਅਤੇ ਇਜ਼ਰਾਈਲ ਦੇ ਲੋਕਾਂ ਨੇ ਮਿਸਰ ਵਿੱਚੋਂ ਨਿਕਲਣ ਦੇ ਪਿੱਛੋਂ ਹਰਾਇਆ ਸੀ। ਫਿਰ ਉਹਨਾਂ ਨੇ ਸਿਹੋਨ ਦੇ ਇਲਾਕੇ ਅਤੇ ਇਸ ਦੇ ਨਾਲ ਹੀ ਓਗ ਰਾਜਾ ਦੇ ਦੇਸ਼ ਬਸ਼ਾਨ ਉੱਤੇ ਵੀ ਕਬਜ਼ਾ ਕਰ ਲਿਆ। ਇਹ ਦੋਵੇਂ ਰਾਜੇ ਵੰਸ਼ ਤੋਂ ਅਮੋਰੀ ਸਨ, ਜੋ ਜਰਦਨ ਦਰਿਆ ਦੇ ਚੜ੍ਹਦੇ ਪਾਸੇ ਰਹਿੰਦੇ ਸਨ। ਇਹਨਾਂ ਇਲਾਕਿਆਂ ਦੇ ਨਾਲ ਹੀ ਉਹਨਾਂ ਨੇ ਕਈ ਹੋਰ ਇਲਾਕਿਆਂ ਤੇ ਵੀ ਕਬਜ਼ਾ ਕੀਤਾ। ਅਰੋਏਰ ਜੋ ਅਰਨੋਨ ਦੀ ਘਾਟੀ ਦੇ ਕੰਢੇ ਉੱਤੇ ਹੈ ਤੋਂ ਲੈ ਕੇ ਸਿਹੋਨ ਪਹਾੜ ਅਰਥਾਤ ਹਰਮੋਨ ਤੱਕ, ਸਾਰੇ ਅਰਵਾ ਦਾ ਇਲਾਕਾ ਜੋ ਜਰਦਨ ਦਰਿਆ ਦੇ ਦੂਜੇ ਪਾਸੇ ਪੂਰਬ ਵੱਲ ਅਰਥਾਤ ਅਰਵਾ ਦੇ ਸਮੁੰਦਰ ਤੱਕ, ਪਿਸਗਾ ਦੀ ਢਲਾਨ ਤੱਕ ਫੈਲਿਆ ਹੋਇਆ ਹੈ। ਆਮੀਨ। ਸੋ ਅਸੀਂ ਇੱਥੇ ਦੇਖਦੇ ਪਏ ਕਿ ਉਹਨਾਂ ਨੇ ਬੇਸਿਕਲੀ ਸਾਰੇ ਸੀਰੀਆ ਦੇ ਇਲਾਕੇ ਦੇ ਉੱਤੇ ਕਬਜ਼ਾ ਕਰ ਲਿਆ, ਔਰ ਪਲੱਸ ਕੁਸ਼ਿਤ ਜਿਹੜਾ ਅੱਜ ਦਾ ਜੋਰਡਨ ਦਾ ਇਲਾਕਾ ਹੈ ਉਹਦੇ ਉੱਤੇ ਵੀ ਉਹਨਾਂ ਨੇ ਕਬਜ਼ਾ ਕਰ ਲਿਆ। ਔਰ ਇਹ 2.5 ਕਬੀਲਿਆਂ ਦੇ ਵਿੱਚ, ਗਾਦ ਦੇ ਕਬੀਲੇ ਦੇ ਵਿੱਚ, ਰੂਬੇਨ ਦੇ ਕਬੀਲੇ ਦੇ ਵਿੱਚ, ਔਰ ਅੱਧਾ ਜਿਹੜਾ ਸੀਗਾ ਉਹ ਮਨੱਸੇ ਦਾ ਕਬੀਲਾ ਸੀ, ਉਹ 2.5 ਕਬੀਲੇ ਜਿਹੜੇ ਸੀ ਉਹਨਾਂ ਨੂੰ ਉਹ ਧਰਤੀ ਦੇ ਦਿੱਤੀ ਗਈ। ਇਹ ਪ੍ਰਭੂ ਨੇ ਇਹਨਾਂ ਲੋਕਾਂ ਨੂੰ ਬੇਸਿਕਲੀ ਇੱਕ ਇਨਾਮ ਦਿੱਤਾ ਸੀ। ਔਰ ਮੂਸਾ ਦੇ ਜਿਉਂਦੇ ਜੀ ਪ੍ਰਭੂ ਨੇ ਇਹ ਦਿਖਾਤਾ ਸੀ ਕਿ ਤੂੰ ਇਹਨਾਂ ਨੂੰ ਇੱਥੇ ਤੱਕ ਲੈ ਕੇ ਆਇਆ, ਪਰ ਤੂੰ ਜਿਹੜੀ ਜਿੱਥੇ ਅਬਰਾਹਮ ਨੂੰ ਮੈਂ ਵਾਅਦਾ ਕੀਤਾ ਸੀ ਤੇ ਉਸਨੂੰ ਕਿਹਾ ਸੀ ਕਿ ਤੂੰ ਦੂਰ ਦੂਰ ਤੱਕ ਦੇਖ, ਤੇਰੀਆਂ ਅੱਖਾਂ ਜਿੱਥੇ ਤੱਕ ਦੇਖ ਸਕਦੀਆਂ ਮੈਂ ਉਹ ਧਰਤੀ, ਔਰ ਉਹ ਤੋਂ ਵੀ ਜ਼ਿਆਦਾ ਧਰਤੀ ਤੇਰੇ ਬੱਚਿਆਂ ਨੂੰ ਦਊਂਗਾ, ਤੇਰੀਆਂ ਸੰਤਾਨਾਂ ਨੂੰ ਦਊਂਗਾ। ਸੋ ਅਸੀਂ ਇੱਥੇ ਇਹ ਦੇਖਦੇ ਪਏ ਹਾਂ ਕਿ 2.5 ਕਬੀਲਿਆਂ ਨੂੰ ਵਾਅਦੇ ਦੀ ਧਰਤੀ ਆਲਰੇਡੀ ਮਿਲ ਚੁੱਕੀ ਆ। 2.5 ਕਬੀਲੇ ਪੱਕਿਆਂ ਘਰਾਂ ਦੇ ਵਿੱਚ ਹੁਣ ਰਹਿ ਰਹੇ, ਔਰ ਬਾਕੀ ਦੇ ਜਿਹੜੇ 9.5 ਕਬੀਲੇ ਆ ਉਹ ਇਸ ਵੇਲੇ ਤੰਬੂਆਂ ਦੇ ਵਿੱਚ ਰਹਿ ਰਹੇ। ਔਰ ਜਿਹੜੀ ਪ੍ਰਭੂ ਦੀ ਜਿਹੜੀ ਪਵਿੱਤਰ ਤੰਬੂ ਆ ਉਸ ਦੇ ਆਲੇ ਦੁਆਲੇ ਉਹਨਾਂ ਦੇ ਡੇਰੇ ਲੱਗੇ ਹੋਏ। ਸੋ ਮੂਸਾ ਨੇ ਦੀ ਜ਼ਿੰਦਗੀ ਦਾ ਸਿਰਫ 1 ਮਹੀਨਾ ਰਹਿ ਗਿਆ ਧਰਤੀ ਦੇ ਉੱਤੇ, ਔਰ 1 ਮਹੀਨੇ ਤੋਂ ਬਾਅਦ ਫਿਰ ਮੂਸਾ ਨੂੰ ਪ੍ਰਭੂ ਨੇ ਕਹਿਣਾ ਕਿ ਤੂੰ ਪਹਾੜ ਦੇ ਉੱਤੇ ਆ ਜਾ, ਔਰ ਉੱਥੇ ਜਾ ਕੇ ਮੂਸਾ ਮਰ ਗਿਆ। ਹੁਣ ਆਖਰੀ ਮਹੀਨੇ ਦੇ ਵਿੱਚ ਇਹ ਉਹਨਾਂ ਨੂੰ ਜਿਹੜੇ ਉਸ ਵੇਲੇ 20 ਸਾਲ ਦੀ ਉਮਰ ਤੋਂ ਘੱਟ ਸੀ, ਜਦੋਂ ਪਹਿਲੀ ਵਾਰੀ ਸੂਏ ਗਏ ਆ, 20 ਸਾਲ ਦੀ ਉਮਰ ਤੋਂ ਘੱਟ ਸੀ, ਉਹ ਅੱਜ ਉਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਜਿਹੜਾ ਉਮਰ ਵਾਲਾ ਜਿਹੜਾ ਹੈਗਾ ਆ, ਤੁਸੀਂ ਇਹ ਕਹਿ ਸਕਦੇ ਆ ਕਿ 60 ਸਾਲ ਤੋਂ ਥੱਲੇ ਇਸ ਵੇਲੇ ਜਿਹੜੇ ਉਹ ਬੈਠੇ ਆ, ਜਿਹੜੇ ਉਜਾੜ ਦੇ ਵਿੱਚ ਪੈਦਾ ਹੋਏ ਆ, ਜਿਨ੍ਹਾਂ ਨੇ ਉਹ ਸਾਰੀਆਂ ਚੀਜ਼ਾਂ ਨਹੀਂ ਦੇਖੀਆਂ, ਉਹ ਵੀ ਇਸ ਵੇਲੇ ਉਹਨਾਂ ਦੇ ਨਾਲ ਪੂਰੇ 40 ਸਾਲ ਦੇ ਵਿੱਚ ਜਿਹੜੇ ਬੱਚੇ ਪੈਦਾ ਹੋਏ ਆ ਔਰ ਉਜਾੜ ਦੇ ਵਿੱਚ ਪੈਦਾ ਹੋਏ, ਇਸ ਵੇਲੇ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਸਿਖਾਈਆਂ ਜਾ ਰਹੀਆਂ ਕਿ ਜਿਸ ਧਰਤੀ ਤੋਂ, ਜਿਹੜੀ ਧਰਤੀ ਤੇ ਪ੍ਰਭੂ ਨੇ ਜਿੱਤ ਪ੍ਰਾਪਤ ਕਰਕੇ ਤੁਹਾਨੂੰ ਦੇਣੀ, ਜਿਸ ਧਰਤੀ ਤੇ ਤੁਸੀਂ ਕਬਜ਼ੇ ਕਰਨੇ, ਉੱਥੇ ਜਾ ਕੇ ਜਿਹੜਾ ਪ੍ਰਭੂ ਨੇ ਹੁਕਮ ਦਿੱਤਾ ਉਹ ਕੀ ਹੁਕਮ ਸੀ। ਸੋ ਅਸੀਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਵੀ ਦੇਖਦੇ ਪਏ ਹਾਂ ਜਿਹੜੀਆਂ ਇਹਦੇ ਵਿੱਚੋਂ ਜਿਹੜੀਆਂ ਅਸੀਂ ਪਿਛਲੀਆਂ ਕਿਤਾਬਾਂ ਦੇ ਵਿੱਚ ਨਹੀਂ ਪੜ੍ਹੀਆਂ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਵਿਵਸਥਾ ਸਾਰ ਨੂੰ ਛੱਡ ਜਾਂਦੇ ਆ, ਕਹਿੰਦੇ ਇਸ ਰੈਪੀਟੇਸ਼ਨ,
ਇਟ ਇਜ਼ ਰੈਪੂਟੇਸ਼ਨ, ਪਰ ਇਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਸਾਨੂੰ ਦੇਖਣ ਨੂੰ ਵੀ ਮਿਲਦੀਆਂ। ਸੋ ਆਓ 5ਵੇਂ ਚੈਪਟਰ ਦੇ ਵਿੱਚ ਅਸੀਂ ਆ ਚੁੱਕੇ ਹਾਂ। ਆਓ 5ਵੇਂ ਚੈਪਟਰ ਦੀ ਅਸੀਂ ਪਹਿਲੀਆਂ 22 ਆਇਤਾਂ ਨੂੰ ਦੇਖੀਏ। मैं पढ़दा फिर। ਹਾਂਜੀ ਹਾਂਜੀ ਹਾਂਜੀ। ਤਦ ਮੂਸਾ ਨੇ ਇਜ਼ਰਾਈਲ ਦੇ ਸਭ ਲੋਕਾਂ ਨੂੰ ਸੱਦ ਕੇ ਉਹਨਾਂ ਨੂੰ ਕਿਹਾ, ਇਜ਼ਰਾਈਲੀ ਲੋਕੋ, ਇਹ ਸਭ ਵਿਧੀਆਂ ਅਤੇ ਵਿਧਾਨ ਨੂੰ ਧਿਆਨ ਨਾਲ ਸੁਣੋ ਜੋ ਮੈਂ ਤੁਹਾਨੂੰ ਅੱਜ ਦੱਸ ਰਿਹਾ ਹਾਂ। ਤੁਸੀਂ ਇਹਨਾਂ ਨੂੰ ਧਿਆਨ ਨਾਲ ਸਿੱਖੋ ਅਤੇ ਇਹਨਾਂ ਤੇ ਚੱਲੋ। ਪ੍ਰਭੂ ਸਾਡੇ ਪਰਮੇਸ਼ਵਰ ਨੇ ਸਾਡੇ ਨਾਲ ਹੋਰੇਬ ਦੇ ਪਹਾੜ ਦੇ ਨੇਮ ਕੀਤਾ। ਇਹ ਨੇਮ ਪ੍ਰਭੂ ਨੇ ਸਾਡੇ ਪੁਰਖਿਆਂ ਨਾਲ ਨਹੀਂ ਕੀਤਾ ਸੀ, ਸਗੋਂ ਉਸਨੇ ਸਾਡੇ ਨਾਲ ਕੀਤਾ ਸੀ, ਜੋ ਅਸੀਂ ਅੱਜ ਇੱਥੇ ਜੀ ਰਹੇ ਹਾਂ। ਉਸ ਸਮੇਂ ਪ੍ਰਭੂ ਨੇ ਤੁਹਾਡੇ ਨਾਲ ਪਹਾੜ ਤੇ ਅੱਗ ਦੇ ਵਿੱਚ ਆਮਣੋ ਸਾਹਮਣੇ ਗੱਲਾਂ ਕੀਤੀਆਂ ਸਨ। ਮੈਂ ਉਸ ਸਮੇਂ ਤੁਹਾਡੇ ਅਤੇ ਪ੍ਰਭੂ ਦੇ ਵਿਚਕਾਰ ਖੜਾ ਹੋਇਆ ਕਿ ਤੁਹਾਡੇ ਤੱਕ ਪ੍ਰਭੂ ਦੀਆਂ ਗੱਲਾਂ ਪਹੁੰਚਾਵਾਂ, ਕਿਉਂਕਿ ਤੁਸੀਂ ਆਪ ਅੱਗ ਦੇ ਕਾਰਨ ਡਰੇ ਹੋਏ ਸਾਂ ਅਤੇ ਪਹਾੜ ਉੱਤੇ ਉੱਪਰ ਨਹੀਂ ਗਏ ਸਾਂ। ਉਸ ਸਮੇਂ ਪ੍ਰਭੂ ਨੇ ਇਹ ਕਿਹਾ ਸੀ, ਮੈਂ ਪ੍ਰਭੂ ਤੇਰਾ ਪਰਮੇਸ਼ਵਰ ਹਾਂ, ਜੋ ਤੈਨੂੰ ਮਿਸਰ ਦੇਸ਼ ਤੋਂ ਅਰਥਾਤ ਗੁਲਾਮੀ ਦੇ ਘਰ ਵਿੱਚੋਂ ਛੁਡਾ ਕੇ ਬਾਹਰ ਲਿਆਇਆ ਸਾਂ। ਤੂੰ ਮੇਰੇ ਤੋਂ ਸਿਵਾਏ ਕਿਸੇ ਹੋਰ ਦੇਵਤੇ ਦੀ ਪੂਜਾ ਨਾ ਕਰਨਾ। ਤੂੰ ਆਪਣੇ ਲਈ ਕੋਈ ਘੜਿਆ ਹੋਇਆ ਬੁੱਤ ਨਾ ਬਣਾਉਣਾ ਜਾਂ ਕਿਸੇ ਤਰ੍ਹਾਂ ਦੀ ਕਿਸੇ ਚੀਜ਼ ਦੀ ਮੂਰਤ ਨਾ ਬਣਾਉਣਾ ਜੋ ਆਕਾਸ਼ ਦੇ ਉੱਤੇ ਹੋਵੇ ਜਾਂ ਧਰਤੀ ਦੇ ਹੇਠ ਹੋਵੇ ਜਾਂ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੋਵੇ। ਤੂੰ ਨਾ ਤਾਂ ਉਹਨਾਂ ਅੱਗੇ ਮੱਥਾ ਟੇਕ ਅਤੇ ਨਾ ਹੀ ਉਹਨਾਂ ਦੀ ਪੂਜਾ ਕਰ, ਕਿਉਂਕਿ ਮੈਂ ਪ੍ਰਭੂ ਤੇਰਾ ਪਰਮੇਸ਼ਵਰ ਅਣਖ ਰੱਖਣ ਵਾਲਾ ਪਰਮੇਸ਼ਵਰ ਹਾਂ। ਮੈਂ ਉਹਨਾਂ ਤੋਂ ਜੋ ਮੈਨੂੰ ਘਿਰਨਾ ਕਰਦੇ ਹਨ ਉਹਨਾਂ ਦੇ ਅਪਰਾਧਾਂ ਦੀ ਸਜ਼ਾ ਉਹਨਾਂ ਨੂੰ ਅਤੇ ਉਹਨਾਂ ਦੀ ਸੰਤਾਨ ਦੀ 3 4 ਪੀੜ੍ਹੀ ਤੱਕ ਦਿੰਦਾ ਹਾਂ। ਪਰ ਇਸ ਦੇ ਉਲਟ ਮੈਂ ਆਪਣੀ ਦਇਆ ਉਹਨਾਂ ਦੀਆਂ ਹਜ਼ਾਰਾਂ ਪੀੜ੍ਹੀਆਂ ਤੇ ਕਰਦਾ ਹਾਂ ਜੋ ਮੈਨੂੰ ਪਿਆਰ ਕਰਦੇ ਹਨ। ਤੂੰ ਪ੍ਰਭੂ ਆਪਣੇ ਪਰਮੇਸ਼ਵਰ ਦਾ ਨਾਮ ਵਿਅਰਥ ਨਾ ਲੈ, ਕਿਉਂਕਿ ਉਹ ਆਪਣੇ ਵਿਅਰਥ ਨਾ ਲੈਣ ਵਾਲੇ ਨੂੰ ਕਦੀ ਮਾਫ ਨਹੀਂ ਕਰੇਗਾ। ਤੂੰ ਸਬਤ ਦੇ ਦਿਨ ਨੂੰ ਪਵਿੱਤਰ ਕਰਕੇ ਮੰਨਣਾ, ਇਹ ਪ੍ਰਭੂ ਪਰਮੇਸ਼ਵਰ ਦਾ ਹੁਕਮ ਹੈ। 6 ਦਿਨਾਂ ਤੱਕ ਤੂੰ ਆਪਣੇ ਸਾਰੇ ਕੰਮ ਕਾਜ ਕਰ, ਪਰ 7ਵਾਂ ਦਿਨ ਪ੍ਰਭੂ ਤੇਰੇ ਪਰਮੇਸ਼ਵਰ ਦੇ ਲਈ ਸਬਤ ਹੈ। ਇਸ ਲਈ ਉਸ ਦਿਨ ਤੂੰ ਕੋਈ ਕੰਮ ਵੀ ਨਾ ਕਰਨਾ, ਨਾ ਤੂੰ, ਨਾ ਤੇਰਾ ਪੁੱਤਰ, ਨਾ ਤੇਰੀ ਧੀ, ਨਾ ਤੇਰਾ ਨੌਕਰ, ਨਾ ਤੇਰੀ ਨੌਕਰਾਣੀ, ਨਾ ਤੇਰਾ ਬਲਦ ਤੇ ਨਾ ਤੇਰਾ ਗਧਾ, ਨਾ ਹੀ ਕੋਈ ਦੂਜਾ ਜਾਨਵਰ, ਅਤੇ ਨਾ ਹੀ ਤੇਰੇ ਘਰ ਵਿੱਚ ਠਹਿਰਿਆ ਹੋਇਆ ਪਰਦੇਸੀ ਆਦਮੀ, ਇੱਥੋਂ ਤੱਕ ਕਿ ਤੇਰਾ ਦਾਸ ਵੀ ਉਸ ਦਿਨ ਆਰਾਮ ਕਰਨ। ਤੈਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਤੂੰ ਆਪ ਵੀ ਇੱਕ ਸਮੇਂ ਮਿਸਰ ਦੇਸ਼ ਵਿੱਚ ਦਾਸ ਸਾਂ ਅਤੇ ਪ੍ਰਭੂ ਤੇਰਾ ਪਰਮੇਸ਼ਵਰ ਤੈਨੂੰ ਆਪਣੇ ਸ਼ਕਤੀਸ਼ਾਲੀ ਹੱਥ ਅਤੇ ਬਲਵੰਤ ਬਾਂਹ ਦੇ ਜ਼ੋਰ ਨਾਲ ਉੱਥੋਂ ਬਾਹਰ ਕੱਢ ਕੇ ਲਿਆਇਆ ਸੀ। ਇਸ ਲਈ ਪ੍ਰਭੂ ਤੇਰੇ ਪਰਮੇਸ਼ਵਰ ਨੇ ਇਹ ਹੁਕਮ ਦਿੱਤਾ ਹੈ ਕਿ ਤੂੰ ਸਬਤ ਦੇ ਦਿਨ ਨੂੰ ਪਵਿੱਤਰ ਕਰਕੇ ਮੰਨ। ਤੂੰ ਆਪਣੇ ਮਾਂ ਅਤੇ ਪਿਓ ਦਾ ਆਦਰ ਕਰ, ਇਹ ਵੀ ਤੇਰੇ ਪ੍ਰਭੂ ਪਰਮੇਸ਼ਵਰ ਦਾ ਹੁਕਮ ਹੈ। ਇਹ ਕਰਨ ਤੇ ਤੇਰੀ ਉਮਰ ਲੰਬੀ ਹੋਵੇਗੀ ਅਤੇ ਉਸ ਧਰਤੀ ਤੇ ਜੋ ਪ੍ਰਭੂ ਤੇਰਾ ਪਰਮੇਸ਼ਵਰ ਤੈਨੂੰ ਦੇ ਰਿਹਾ ਹੈ ਤੇਰਾ ਭਲਾ ਹੋਵੇਗਾ। ਤੂੰ ਕਤਲ ਨਾ ਕਰ, ਤੂੰ ਭਿਅਚਾਰ ਨਾ ਕਰ, ਤੂੰ ਚੋਰੀ ਨਾ ਕਰ, ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ, ਤੂੰ ਆਪਣੇ ਗੁਆਂਢੀ ਦੀ ਪਤਨੀ ਲਈ ਚਾਹ ਨਾ ਕਰ ਅਤੇ ਨਾ ਹੀ ਉਸਦੇ ਘਰ, ਨਾ ਖੇਤ, ਨਾ ਨੌਕਰ, ਨਾ ਨੌਕਰਾਣੀ, ਨਾ ਬਲਦ, ਨਾ ਗਧਾ, ਗੱਲ ਕੀ ਤੂੰ ਉਸ ਦੇ ਘਰ ਦੀ ਕਿਸੇ ਚੀਜ਼ ਦਾ ਲੋਭ ਵੀ ਨਾ ਕਰ। ਇਹ ਸਭ ਹੁਕਮ ਪਰਮੇਸ਼ਵਰ ਨੇ ਤੁਹਾਡੀ ਸਭ ਸੰਗਤ ਨੂੰ ਪਹਾੜ ਤੇ ਦਿੱਤੇ। ਅੱਗ, ਬੱਦਲ ਅਤੇ ਘੋਰ ਹਨੇਰੇ ਦੇ ਵਿੱਚੋਂ ਦੀ ਬਹੁਤ ਵੱਡੀ ਆਵਾਜ਼ ਨਾਲ ਸੁਣਾਏ ਸਨ। ਉਸਨੇ ਇਹਨਾਂ ਤੋਂ ਸਿਵਾਏ ਹੋਰ ਕੁਝ ਨਹੀਂ ਕਿਹਾ ਸੀ। ਉਸਨੇ ਇਹ ਸਭ ਪੱਥਰ ਦੀਆਂ 2 ਪੱਟੀਆਂ ਉੱਤੇ ਲਿਖ ਕੇ ਮੈਨੂੰ ਦਿੱਤਾ ਸੀ। ਸੋ ਪ੍ਰਭੂ ਨੇ ਉਹਨਾਂ ਨੂੰ ਇੱਕ ਐਸਾ ਨਿਯਮ ਦਿੱਤਾ ਜੋ ਸਭ ਤੋਂ ਨਿਰਾਲਾ, ਜਿਸ ਦੇ ਵਿੱਚ ਸਾਡੀ ਆਤਮਾ, ਸਾਡਾ ਮਨ, ਸਾਡਾ ਸਰੀਰ, ਤਿੰਨਾਂ ਦੇ ਲਈ, ਜਿਸ ਤਰ੍ਹਾਂ ਪ੍ਰਭੂ ਤ੍ਰਿਏਕ ਆ ਉਸੇ ਤਰ੍ਹਾਂ ਅਸੀਂ ਵੀ ਤ੍ਰਿਏਕ। ਮੈਂ ਵੀ ਜਿਹੜਾ ਇੱਥੇ ਤੁਹਾਡੇ ਸਾਹਮਣੇ ਬੈਠਾ ਆ, ਮੇਰੇ ਵੀ 3 ਹਿੱਸੇ ਆ। ਸਰੀਰ ਜਿਸ ਨੂੰ ਤੁਸੀਂ ਦੇਖ ਸਕਦੇ ਆ, ਮਨ ਜਿਹੜਾ ਅਸਲ ਦੇ ਵਿੱਚ ਮੈਂ, ਜਿਹੜਾ ਇਸ ਡੱਬੇ ਦੇ ਵਿੱਚ ਬੈਠਾ ਹੈ, ਔਰ ਆਤਮਾ ਜੋ ਪ੍ਰਭੂ ਦਾ ਹਿੱਸਾ ਮੈਨੂੰ ਦਿੱਤਾ ਗਿਆ।
ਔਰ ਇਸੇ ਤਰ੍ਹਾਂ ਪ੍ਰਭੂ ਨੇ ਇਹ ਤਿੰਨਾਂ ਦੇ ਲਈ, ਮੇਰੀ ਆਤਮਾ ਦੇ ਲਈ, ਮੇਰੇ ਸਰੀਰ ਦੇ ਲਈ, ਮੇਰੇ ਮਨ ਦੇ ਲਈ, ਇਹ ਸਾਰੇ ਹੁਕਮ ਦਿੱਤੇ। ਜਿਹੜੇ ਪਹਿਲੇ 3 ਹੁਕਮ ਆ ਉਹ ਮੇਰੇ ਵਿੱਚ ਤੇ ਮੇਰੇ ਪ੍ਰਭੂ ਦੇ ਵਿੱਚ। ਜਿਸ ਵੇਲੇ ਉਹਨਾਂ ਨੇ ਚੌਥਾ ਜਿਹੜਾ ਹੁਕਮ ਮਿਲਦਾ ਹੈਗਾ ਉਹ ਮੇਰੇ ਵਿੱਚ ਤੇ ਮੇਰੇ ਘਰ ਵਾਲਿਆਂ ਦੇ ਵਿੱਚ, ਮੇਰੇ ਮਾਂ-ਬਾਪ ਦੇ ਲਈ। ਜਿਹੜੇ ਉਸ ਤੋਂ ਅਗਲੇ ਜਿਹੜੇ ਹੁਕਮ ਅਸੀਂ ਦੇਖਦੇ ਪਏ ਆ ਉਹ ਮੇਰੇ ਵਿੱਚ ਤੇ ਮੰਡੀ ਦੇ ਵਿੱਚ। ਔਰ ਜਿਹੜਾ ਆਖਰੀ ਹੁਕਮ ਦਿੱਤਾ ਗਿਆ ਉਸ ਦੇ ਵਿੱਚ ਇਹ ਦੱਸਿਆ ਗਿਆ ਕਿ ਤੂੰ ਆਪਣੀ ਗੁਆਂਢੀ ਦੀ ਪਤਨੀ ਦੀ ਕੋਈ ਚਾਹ ਨਾ ਕਰ, ਨਾ ਹੀ ਉਸਦੇ ਘਰ ਖੇਤ, ਨੌਕਰ ਨੌਕਰਾਣੀ, ਬਲਦ ਗਧਾ ਚੱਲ ਗੱਲ ਕੇ ਕਿਸੇ ਵੀ ਚੀਜ਼ ਦਾ ਲੋਭ ਨਾ ਕਰ। ਔਰ ਇਹ ਚੀਜ਼ ਜਿਹੜੀ ਆ ਇਹ ਮੇਰੀ ਮਾਨਸਿਕਤਾ ਦੇ ਲਈ ਦਿੱਤੀ ਗਈ। ਮੇਰੀ ਮਾਨਸਿਕਤਾ ਜਿਹੜੀ ਆ ਉਹ ਲੋਭ ਔਰ ਇਹਨਾਂ ਚੀਜ਼ਾਂ ਦੇ ਨਾਲ, ਇੱਥੋਂ 10ਵੇਂ ਤੋਂ ਸਾਰੀਆਂ ਚੀਜ਼ਾਂ ਸ਼ੁਰੂ ਹੁੰਦੀਆਂ ਔਰ ਫਿਰ ਬੰਦਾ ਫਸਦਾ ਹੀ ਚਲਿਆ ਜਾਂਦਾ। ਸੋ ਇਸ ਕਰਕੇ ਪ੍ਰਭੂ ਨੇ ਇੱਕ ਐਸਾ ਨਿਰਾਲਾ ਉਹਨਾਂ ਨੂੰ ਹੁਕਮ ਦਿੱਤਾ ਜੋ ਅਸੀਂ ਕਿਤੇ ਨਹੀਂ ਹੋਰ ਪੜ੍ਹਦੇ। ਔਰ ਇਹਨਾਂ ਪ੍ਰਭੂ ਨੇ ਉਸਨੇ ਕਿਹਾ ਕਿ ਇਸ ਤੋਂ ਇਲਾਵਾ ਪ੍ਰਭੂ ਨੇ ਤੁਹਾਨੂੰ ਹੋਰ ਕੋਈ ਹੁਕਮ ਨਹੀਂ ਦਿੱਤਾ। ਬਸ ਉਦੋਂ ਇੰਨੀ ਬਾਤਚੀਤ ਪ੍ਰਭੂ ਦੇ ਨਾਲ ਹੋਈ ਸੀ ਔਰ ਤੁਹਾਨੂੰ ਇਹ ਹੁਕਮ ਮਿਲਿਆ। ਹੁਣ ਤੁਸੀਂ ਇਹਨਾਂ ਦੀ ਪਾਲਣਾ ਕਰਨਾ ਔਰ ਇਹਨਾਂ ਦੇ ਪਿੱਛੇ ਚੱਲਣਾ। ਸੋ ਆਓ ਇਸ ਨੂੰ ਚੈਪਟਰ ਨੂੰ ਖਤਮ ਕਰੀਏ। ਜਿਹੜਾ ਬਾਕੀ 23 ਆਇਤ ਤੋਂ ਅੱਗੇ ਜਿਸ ਨੂੰ ਮੈਂ ਪੜ੍ਹਦੇ ਪਲੀਜ਼। ਸੋ ਜਦੋਂ ਉਸ ਸਮੇਂ ਸਾਰਾ ਪਹਾੜ ਅੱਗ ਨਾਲ ਘਿਰਿਆ ਹੋਇਆ ਸੀ ਅਤੇ ਤੁਸੀਂ ਹਨੇਰੇ ਵਿੱਚੋਂ ਆਵਾਜ਼ ਸੁਣੀ, ਤਾਂ ਤੁਸੀਂ ਆਪਣੇ ਕਬੀਲਿਆਂ ਦੇ ਮੁਖੀਆਂ ਅਤੇ ਬਜ਼ੁਰਗਾਂ ਨਾਲ ਮੇਰੇ ਕੋਲ ਆਏ ਸਾਂ। ਤਦ ਤੁਸੀਂ ਮੈਨੂੰ ਕਿਹਾ, ਪ੍ਰਭੂ ਸਾਡੇ ਪਰਮੇਸ਼ਵਰ ਨੇ ਸਾਡੇ ਤੇ ਆਪਣੀ ਮਹਿਮਾ ਅਤੇ ਮਹਾਨਤਾ ਨੂੰ ਪ੍ਰਗਟ ਕੀਤਾ ਹੈ। ਅਸੀਂ ਉਸ ਦੀ ਆਵਾਜ਼ ਅੱਗ ਦੇ ਵਿੱਚੋਂ ਸੁਣੀ ਹੈ। ਅੱਜ ਅਸੀਂ ਇਹ ਵੀ ਦੇਖ ਲਿਆ ਹੈ ਕਿ ਪਰਮੇਸ਼ਵਰ ਆਦਮੀ ਦੇ ਨਾਲ ਬੋਲਦਾ ਹੈ, ਪਰ ਆਦਮੀ ਫਿਰ ਵੀ ਜਿਉਂਦਾ ਰਹਿੰਦਾ ਹੈ। ਪਰ ਹੁਣ ਅਸੀਂ ਮੌਤ ਦੇ ਮੂੰਹ ਵਿੱਚ ਕਿਉਂ ਜਾਈਏ? ਜੇਕਰ ਅਸੀਂ ਫਿਰ ਪ੍ਰਭੂ ਸਾਡੇ ਪਰਮੇਸ਼ਵਰ ਦੀ ਆਵਾਜ਼ ਸੁਣਾਂਗੇ ਤਾਂ ਅਸੀਂ ਮਰ ਜਾਵਾਂਗੇ, ਕਿਉਂਕਿ ਇਹ ਵੱਡੀ ਭਿਅੰਕਰ ਅੱਗ ਸਾਨੂੰ ਭਸਮ ਕਰ ਦੇਵੇਗੀ। ਕਿ ਕਦੀ ਕੋਈ ਮਨੁੱਖ ਜਿਉਂਦੇ ਪਰਮੇਸ਼ਵਰ ਨੂੰ ਅੱਗ ਦੇ ਵਿੱਚ ਦੀ ਬੋਲਦਾ ਸੁਣ ਕੇ ਜਿਉਂਦਾ ਰਹਿ ਸਕਿਆ ਹੈ, ਜਿਸ ਤਰ੍ਹਾਂ ਅਸੀਂ ਸੁਣਿਆ ਅਤੇ ਜਿਉਂਦੇ ਰਹੇ ਹਾਂ। ਇਸ ਲਈ ਤੂੰ ਹੀ ਉਸ ਦੇ ਨੇੜੇ ਜਾ ਅਤੇ ਉਸ ਨੂੰ ਸੁਣ। ਜੋ ਪ੍ਰਭੂ ਸਾਡਾ ਪਰਮੇਸ਼ਵਰ ਤੇਰੇ ਨਾਲ ਬੋਲੇ, ਅਸੀਂ ਉਹ ਸਭ ਤੇਰੇ ਤੋਂ ਸੁਣ ਲਵਾਂਗੇ ਅਤੇ ਉਸ ਦੀ ਪਾਲਣਾ ਕਰਾਂਗੇ। ਉਸ ਸਮੇਂ ਪ੍ਰਭੂ ਨੇ ਆਪ ਉਹ ਸਭ ਸੁਣਿਆ ਜੋ ਤੁਸੀਂ ਮੈਨੂੰ ਕਿਹਾ ਸੀ। ਇਸ ਲਈ ਪ੍ਰਭੂ ਨੇ ਮੈਨੂੰ ਕਿਹਾ, ਮੈਂ ਇਹਨਾਂ ਲੋਕਾਂ ਦੀਆਂ ਸਭ ਗੱਲਾਂ ਸੁਣੀਆਂ ਹਨ ਜੋ ਉਹਨਾਂ ਤੈਨੂੰ ਕਹੀਆਂ ਹਨ। ਜੋ ਕੁਛ ਵੀ ਇਹਨਾਂ ਨੇ ਕਿਹਾ ਹੈ ਇਹ ਠੀਕ ਹੀ ਹੈ। ਮੇਰੀ ਇੱਛਾ ਹੈ ਕਿ ਇਹਨਾਂ ਦਾ ਦਿਲ ਹਮੇਸ਼ਾ ਇਸੇ ਤਰ੍ਹਾਂ ਦਾ ਮੇਰੇ ਤੋਂ ਡਰਨ ਵਾਲਾ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਨ ਵਾਲਾ ਠਹਿਰੇ। ਇਹ ਹੁਣ ਤੇ ਇਹਨਾਂ ਦਾ ਅਤੇ ਇਹਨਾਂ ਦੀ ਸੰਤਾਨ ਦਾ ਹਮੇਸ਼ਾ ਤੱਕ ਭਲਾ ਹੋਵੇਗਾ। ਤੂੰ ਜਾ ਅਤੇ ਉਹਨਾਂ ਨੂੰ ਕਹਿ ਕਿ ਉਹ ਆਪਣੇ ਆਪਣੇ ਤੰਬੂਆਂ ਵਿੱਚ ਵਾਪਸ ਚਲੇ ਜਾਣ, ਪਰ ਤੂੰ ਆਪ ਇੱਥੇ ਮੇਰੇ ਕੋਲ ਖੜਾ ਰਹਿ ਅਤੇ ਮੈਂ ਤੈਨੂੰ ਸਭ ਹੁਕਮਾਂ, ਵਿਧੀਆਂ ਅਤੇ ਵਿਧਾਨ ਬਾਰੇ ਦੱਸਾਂਗਾ। ਤੂੰ ਇਹ ਸਭ ਉਹਨਾਂ ਨੂੰ ਸਿਖਾਉਣਾ ਕਿ ਉਹ ਇਹਨਾਂ ਦੀ ਪਾਲਣਾ ਉਸ ਧਰਤੀ ਤੇ ਰਹਿੰਦਿਆਂ ਕਰਨ ਜੋ ਮੈਂ ਉਹਨਾਂ ਨੂੰ ਮਲਕੀਅਤ ਦੇ ਤੌਰ ਤੇ ਦੇ ਰਿਹਾ ਹਾਂ। ਇਸ ਲਈ ਤੁਸੀਂ ਉਹਨਾਂ ਸਭ ਹੁਕਮਾਂ ਦੀ ਪਾਲਣਾ ਪੂਰੀ ਤਰ੍ਹਾਂ ਨਾਲ ਕਰਨਾ ਜਿਨ੍ਹਾਂ ਦੀ ਪ੍ਰਭੂ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਆਗਿਆ ਦਿੱਤੀ ਹੈ। ਤੁਸੀਂ ਇਹਨਾਂ ਵਿੱਚ ਕਿਸੇ ਤਰ੍ਹਾਂ ਦਾ ਵਾਧਾ ਜਾਂ ਘਾਟਾ ਨਾ ਕਰਨਾ। ਤੁਸੀਂ ਉਹਨਾਂ ਸਭ ਰਾਹਾਂ ਤੇ ਚੱਲਣਾ ਜਿਨ੍ਹਾਂ ਬਾਰੇ ਪ੍ਰਭੂ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਆਗਿਆ ਦਿੱਤੀ ਹੈ। ਇਹ ਕਰਨ ਦੁਆਰਾ ਤੁਸੀਂ ਜਿਉਂਦੇ ਰਹਿ ਸਕੋਗੇ ਅਤੇ ਤੁਸੀਂ ਉਸ ਧਰਤੀ ਤੇ ਲੰਬੇ ਸਮੇਂ ਤੱਕ ਰਹਿ ਸਕੋਗੇ ਜਿਸ ਤੇ ਤੁਸੀਂ ਕਬਜ਼ਾ ਕਰੋਗੇ। ਸੋ ਇਹ ਨਹੀਂ ਕਿ ਜਿਸ ਨੂੰ ਤੁਸੀਂ ਜਿੱਤੋ, ਕਬਜ਼ਾ ਕਰੋ। ਜੰਗ ਮੇਰੀ ਆ, ਪ੍ਰਭੂ ਕਹਿ ਰਿਹਾ। ਜੰਗ ਉੱਥੇ ਮੈਂ ਕਰਨੀ ਔਰ ਉਹ ਧਰਤੀ ਤੁਹਾਨੂੰ ਮੈਂ ਆਜ਼ਾਦ ਕਰਕੇ ਦੇਣੀ ਆ ਔਰ ਤੁਸੀਂ ਉਹਨਾਂ ਤੇ ਕਬਜ਼ਾ ਕਰਨਾ। ਪਰ ਤੁਸੀਂ ਇਹ ਮੇਰੇ ਜਿਹੜੇ ਵਿਧੀ ਵਿਧਾਨ ਤੁਹਾਨੂੰ ਦਿੱਤੇ ਗਏ ਆ,
ਇਹ ਉਸ ਪਵਿੱਤਰ ਡਰ ਦੇ ਨਾਲ ਮੰਨਦੇ ਰਹਿਣਾ। ਇਹ ਚੰਗਾ ਆ ਕਿ ਇਹਨਾਂ ਨੇ ਕਿਹਾ ਕਿ ਅਸੀਂ ਆਵਾਜ਼ ਨਹੀਂ ਸੁਣ ਸਕਦੇ, ਅਸੀਂ ਮੁੜ ਕੇ ਨਹੀਂ ਉੱਥੇ ਜਾ ਸਕਦੇ, ਤੂੰ ਜਾ, ਤੂੰ ਉਹ ਇਹ ਪ੍ਰਭੂ ਦੀ ਇਸ ਹਜ਼ੂਰੀ ਦੇ ਵਿੱਚ ਜਾਣ ਦਾ ਆਦੀ ਹੈ, ਕਿਉਂਕਿ ਤੈਨੂੰ ਉਸਨੇ ਸ਼ੁਰੂ ਤੋਂ ਵੱਖ ਕੀਤਾ। ਤੈਨੂੰ ਤੂੰ ਜਿਸ ਵੇਲੇ ਤੈਨੂੰ ਉਸ ਜਿਸ ਤਰ੍ਹਾਂ ਅਸੀਂ ਕੂਚ ਦੇ ਵਿੱਚ ਦੇਖਿਆ ਸੀ ਤੇ ਮੂਸਾ ਨੂੰ ਪ੍ਰਭੂ ਨੇ ਬੁਲਾਇਆ ਸੀ ਅੱਗ ਬਲਦੀ ਝਾੜੀ ਦੇ ਅੱਗੇ, ਉਸ ਸਮੇਂ ਤੋਂ ਪ੍ਰਭੂ ਦੀ ਆਵਾਜ਼ ਸੁਣਦਾ ਆ ਰਿਹਾ। ਸੋ ਉਹਨਾਂ ਨੇ ਕਿਹਾ, ਮੂਸਾ ਨੂੰ ਕਿਹਾ ਕਿ ਤੂੰ ਜਾ, ਤੂੰ ਸਾਨੂੰ ਵਿਧੀ ਵਿਧਾਨ ਉਸਦੇ ਲੈ ਕੇ ਆ, ਔਰ ਜੋ ਤੂੰ ਕਹੇਂਗਾ ਅਸੀਂ ਉਸ ਨੂੰ ਮੰਨਾਂਗੇ। ਔਰ ਮੂਸਾ ਨੇ ਠੀਕ ਕਿਹਾ ਕਿ ਪ੍ਰਭੂ ਨੇ ਵੀ ਕਿਹਾ ਕਿ ਠੀਕ, ਇਹ ਇਹਨਾਂ ਦੇ ਲਈ ਠੀਕ। ਔਰ ਇਸ ਤਰ੍ਹਾਂ ਇਹ ਹਮੇਸ਼ਾ ਜੇ ਮੇਰਾ ਡਰ ਰੱਖਣਗੇ ਔਰ ਉਹਨਾਂ ਹੁਕਮਾਂ ਨੂੰ ਜੋ ਮੈਂ ਇਹਨਾਂ ਨੂੰ ਦੇ ਰਿਹਾ, ਉਹਨਾਂ ਵਿਧੀਆਂ ਨੂੰ ਜੋ ਮੈਂ ਇਹਨਾਂ ਨੂੰ ਦੇ ਰਿਹਾ, ਉਹ ਵਿਧਾਨ ਨੂੰ ਜੋ ਆਪਣੇ ਦੇਸ਼ ਦੇ ਵਿੱਚ ਲਾਗੂ ਕਰਨਗੇ, ਅਗਰ ਇਹ ਉਸ ਦੇ ਪਿੱਛੇ ਚੱਲਣਗੇ ਤਾਂ ਇਹਨਾਂ ਦਾ ਭਲਾ ਹੋਏਗਾ। ਔਰ ਇਹਨਾਂ ਨੂੰ ਇਹ ਉਹਨਾਂ ਉਹ ਸਾਰੀ ਧਰਤੀ ਤੇ ਰਹਿ ਸਕਣਗੇ ਜਿਹੜੀ ਮੈਂ ਇਹਨਾਂ ਨੂੰ ਦੇਵਾਂਗਾ, ਔਰ ਲੰਬੇ ਸਮੇਂ ਤੱਕ ਇਹ ਰਹਿ ਸਕਣਗੇ, ਔਰ ਇਹਨਾਂ ਦੇ ਲਈ ਇਹ ਬਰਕਤ ਦਾ ਕਾਰਨ ਹੋਏਗਾ। ਸੋ ਅਸੀਂ ਜਿਹੜੀ ਮੇਨ ਚੀਜ਼ ਅੱਜ ਦੇਖੀ ਆ ਉਹ ਇਹ ਦੇਖੀ ਆ ਕਿ ਪ੍ਰਭੂ ਦਾ ਚੁਣਾਵ, ਪ੍ਰਭੂ ਨੇ ਆਪਣੇ ਲੋਕਾਂ ਨੂੰ ਚੁਣਿਆ, ਪ੍ਰਭੂ ਨੇ ਆਪਣੇ ਲੋਕਾਂ ਨੂੰ ਵੱਖਰੇ ਕੀਤਾ, ਪ੍ਰਭੂ ਨੇ ਆਪਣੇ ਲੋਕਾਂ ਨੂੰ ਵਿਧੀਆਂ ਦਿੱਤੀਆਂ, ਵਿਧਾਨ ਦਿੱਤੇ, ਆਪਣਾ ਰਸਤਾ ਦਿੱਤਾ। ਉਧਰ ਅਸੀਂ ਦੇਖਦੇ ਪਏ ਸੀਗੇ ਕਿ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਵੀ ਸਾਡੇ ਲਈ ਸਭ ਕੁਝ ਕੀਤਾ। ਪ੍ਰਭੂ ਯਿਸੂ ਮਸੀਹ ਨੇ ਦੇ ਵਿੱਚ ਸਾਡਾ ਚੁਣਾਵ ਹੋਇਆ, ਔਰ ਇੱਥੇ ਕਿਹਾ ਕਿ ਮੇਰੀ ਆਵਾਜ਼ ਜਿਹੜੇ ਸੁਣਦੇ ਆ ਮੇਰੇ ਲੋਕ, ਪ੍ਰਭੂ ਯਿਸੂ ਮਸੀਹ ਨੇ ਕਿਹਾ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਔਰ ਮੇਰੇ ਪਿੱਛੇ ਪਿੱਛੇ ਚੱਲਦੇ। ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਔਰ ਮੇਰੇ ਪਿੱਛੇ ਪਿੱਛੇ ਚੱਲਦੇ। ਮੂਸਾ ਦੇ ਵਿੱਚ ਤੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਸਿਮਿਲੈਰਿਟੀ ਕੀ ਸੀ? ਮੂਸਾ ਜੋ, ਕਿਉਂਕਿ ਇਹ ਜਿੰਨੇ ਵੀ ਇਹ ਲੋਕ ਹੋਇਆ ਇਹਨਾਂ ਦੇ ਵਿੱਚ ਅਸੀਂ ਇੱਕ ਰਿਫਲੈਕਸ਼ਨ ਦੇਖਦੇ ਹਾਂ ਪ੍ਰਭੂ ਯਿਸੂ ਮਸੀਹ ਦੀ। ਅਸੀਂ ਮੂਸਾ ਵਿੱਚ ਵੀ ਦੇਖਦੇ ਹਾਂ, ਯਹੋਸ਼ੂਆ ਦੇ ਵਿੱਚ ਵੀ ਦੇਖਦੇ ਹਾਂ, ਉਸ ਤੋਂ ਬਾਅਦ ਦਾਊਦ ਦੇ ਵਿੱਚ ਵੀ ਇੱਕ ਰਿਫਲੈਕਸ਼ਨ ਜਿਹੜੀ ਹੈਗੀ ਯਿਸੂ ਮਸੀਹ ਦੀ ਦੇਖਦੇ ਹਾਂ, ਉਹ ਗੁਣ ਦੇਖਦੇ ਹਾਂ। ਮੂਸਾ ਨੇ ਕਿਹਾ ਸੀ ਕਿ ਮੇਰੇ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭੂ ਤੁਹਾਨੂੰ ਇੱਕ ਮੇਰੇ ਵਰਗਾ ਨਬੀ ਦੇਗਾ, ਤੁਸੀਂ ਉਸ ਦੀ ਸੁਣਨਾ। ਇੱਥੇ ਜਿਸ ਤਰ੍ਹਾਂ ਮੂਸਾ ਪ੍ਰਭੂ ਦਾ ਹੁਕਮ ਇਹਨਾਂ ਦੇ ਕੋਲ ਲੈ ਕੇ ਆਉਂਦਾ ਪਿਆ ਸੀ, ਉਹ ਸੁਣਦਾ ਸੀ ਤੇ ਲੈ ਕੇ ਆਉਂਦਾ ਸੀ, ਉਹ ਪ੍ਰਭੂ ਦੀ ਆਵਾਜ਼ ਨੂੰ ਸੁਣਦਾ ਸੀ, ਕਹਾਂ ਆ ਕੇ ਸਾਨੂੰ ਦੱਸਦਾ ਸੀ। ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੇਰਾ ਬਾਪ ਜੋ ਮੈਨੂੰ ਕਹਿੰਦਾ ਮੈਂ ਉਹੀ ਕਰਦਾ, ਜੋ ਮੈਨੂੰ ਕਹਿੰਦਾ ਮੈਂ ਉਹੀ ਕਰਦਾ। ਮੂਸਾ ਨੇ ਦੇ ਰਾਹੀਂ ਇਹ ਕੌਮ ਪ੍ਰਭੂ ਨੇ ਚੁਣੀ ਸੀ, ਯਿਸੂ ਦੇ ਰਾਹੀਂ ਉਸਨੇ ਕੌਮਾਂ ਚੁਣੀਆਂ ਔਰ ਉਹਨਾਂ ਨੂੰ ਆਪਣੇ ਲਾ ਕੇ ਬਾਹਰ ਦਿੱਤਾ। ਸੋ ਇੱਕ ਕੁਐਸਚਨ ਮੈਨੂੰ ਆਇਆ ਸੀਗਾ, ਉਹਨਾਂ ਨੇ ਕਿਹਾ ਸੀਗਾ, ਪੁੱਛਿਆ ਸੀਗਾ ਕਿ ਅਸੀਂ ਜਿੱਦਾਂ ਕਿ ਅਬਰਾਹਮ ਦੇ ਨਾਲ ਉਸਦੇ ਭਤੀਜੇ ਦਾ ਲੂਤ ਦਾ ਵੀ ਦੇਖ ਲਿਆ ਕਿ ਕਿਹੜਾ ਦੇਸ਼ ਬਸਿਆ। ਉਸ ਤੋਂ ਬਾਅਦ ਅਸੀਂ ਦੇਖ ਲਿਆ ਕਿ ਈਸੋ ਨੇ ਕਿਹੜਾ ਦੇਸ਼ ਬਸਾਇਆ, ਉਹਦੇ ਬੱਚਿਆਂ ਨੇ ਕਿਹੜਾ ਦੇਸ਼ ਬਸਾਇਆ। ਤੇ ਪਰ ਜਿਹੜੀ ਉਸਦੀ ਪਤਨੀ ਕਟੂਰਾ ਸੀਗੀ, ਜਿਸ ਤੇ ਅਸੀਂ ਪੁੱਤਰਾਂ ਦੇ 6 ਪੁੱਤਰਾਂ ਦੇ ਨਾਮ ਪੜ੍ਹਦੇ ਹਾਂ ਤੇ ਹੋਰ ਖਾਨਦਾਨ ਦੇ ਨਾਮ ਪੜ੍ਹਦੇ, ਉਹਨਾਂ ਦੇ ਰਾਹੀਂ ਕਿਹੜਾ ਦੇਸ਼ ਬਸਾਇਆ ਗਿਆ। ਸੋ ਅਸੀਂ ਉਹ ਕੱਲ ਨੂੰ ਦੇਖਾਂਗੇ ਕਿ ਕਿਹੜਾ ਦੇਸ਼ ਉਹਨਾਂ ਦੇ ਰਾਹੀਂ ਬਸਾਇਆ ਗਿਆ ਔਰ ਉਹ ਉਹਨਾਂ ਦਾ ਜਿਹੜਾ ਗੁਣ ਵਾ ਉਹ ਕਿੱਥੇ ਤੱਕ ਫੈਲਿਆ, ਉਹਨਾਂ ਦੇ ਵਿੱਚੋਂ ਕੌਣ ਕੌਣ ਲੋਕ ਹੋਏ ਆ, ਉਹਨਾਂ ਵਿੱਚੋਂ ਕਿਹੜੇ ਲੋਕ ਆ ਜਿਹੜੇ ਅੱਜ ਹਿੰਦੁਸਤਾਨ ਦੇ ਵਿੱਚ ਵੀ ਹੈਗੇ ਆ, ਔਰ ਉਹ ਸਾਰੀਆਂ ਚੀਜ਼ਾਂ ਅਸੀਂ ਕੱਲ ਦੇਖਾਂਗੇ। ਲੈਟ ਅਸ ਪ੍ਰੇ। ਪਿਆਰੇ ਪ੍ਰਭੂ, ਤੇਰਾ ਸ਼ੁਕਰ ਕਰਦੇ ਹਾਂ ਅੱਜ ਦੇ ਇਸ ਦਿਨ ਦੇ ਲਈ। ਸੱਚਮੁੱਚ ਖੁਦਾਵਾਂ ਤੋਂ ਅੱਗ ਦੇ ਵਿੱਚੋਂ ਆਪਣੇ ਲੋਕਾਂ ਨੂੰ ਲੈ ਕੇ ਆਇਆ ਔਰ ਉਹਨਾਂ ਨੂੰ
ਲਾਲ ਸਾਗਰ ਦੇ ਵਿੱਚੋਂ ਦੀ ਪਾਰ ਕਰਕੇ ਖੁਦਾਵੰਦ ਉਹਨਾਂ ਨੂੰ ਬਪਤਿਸਮਾ ਦਿੱਤਾ ਔਰ ਪ੍ਰਭੂ ਜੀ ਉਹਨਾਂ ਨੂੰ ਇੱਕ ਨਵਾਂ ਜੀਵਨ ਦਿੱਤਾ, ਕਿਉਂਕਿ ਉਹ ਗੁਲਾਮ ਸੀ ਔਰ ਇੱਕ ਆਜ਼ਾਦੀ ਪ੍ਰਭੂ ਜੀ ਤੋਂ ਉਹਨਾਂ ਨੂੰ ਦਿੱਤੀ। ਤੇਰਾ ਸ਼ੁਕਰ ਹੈ ਕਿ ਅਸੀਂ ਦੇਖਿਆ ਕਿ ਤੂੰ ਉਹਨਾਂ ਨੂੰ ਬਸਾਉਣਾ ਵੀ ਸ਼ੁਰੂ ਕਰ ਦਿੱਤਾ। ਪਿਆਰੇ ਪ੍ਰਭੂ, ਤੂੰ ਇਸੇ ਇਹ ਇੱਕ ਵੱਡਾ ਪ੍ਰਭੂ ਜੀ ਦੂਸਰਾ ਨੇਮ ਜਿਸ ਨੂੰ ਅਸੀਂ ਕਹਿੰਦੇ ਆ, ਤੂੰ ਸਾਡੇ ਨਾਲ ਵੀ ਬਣਿਆ ਔਰ ਅਸੀਂ ਵੀ ਇਸ ਵੇਲੇ ਪ੍ਰਭੂ ਜੀ ਯਾਤਰਾ ਕਰ ਰਹੇ। ਇਸ ਯਾਤਰਾ ਦੇ ਵਿੱਚ ਪ੍ਰਭੂ ਤੂੰ ਬਣਿਆ ਰਹੇ। ਸਾਡੇ ਸਰੀਰ ਦੀਆਂ ਜ਼ਰੂਰਤਾਂ, ਕਮਜ਼ੋਰੀਆਂ ਪ੍ਰਭੂ ਜੀ, ਤੰਦਰੁਸਤੀ ਦਾ ਦਾਨ, ਆਪਣੀ ਨਜ਼ਦੀਕੀ ਦਾ ਦਾਨ, ਤਨ ਦੇ ਲਈ ਤੰਦਰੁਸਤੀ, ਮਨ ਦੇ ਲਈ ਤੰਦਰੁਸਤੀ, ਆਤਮਾ ਦੇ ਲਈ ਤੰਦਰੁਸਤੀ, ਪ੍ਰਭੂ ਜੀ ਤੂੰ ਸਾਨੂੰ ਬਖਸ਼ ਕਿ ਅਸੀਂ ਤੇਰੇ ਰਸਤੇ ਤੇ ਚੱਲਦੇ ਰਹੀਏ। ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਉਹ ਅੱਖਾਂ ਖੋਲਦਾ ਜੋ ਪ੍ਰਭੂ ਜੀ ਦੇਖਣ ਵਾਲੇ ਵੀ ਨਹੀਂ ਦੇਖ ਸਕਦੇ। ਪਿਆਰੇ ਪ੍ਰਭੂ, ਤੇਰਾ ਰਹਿਮ ਇਸੇ ਤਰ੍ਹਾਂ ਸਾਡੇ ਤੇ ਬਣਿਆ ਰਹੇ ਔਰ ਤੇਰੇ ਸ਼ਬਦ ਨੂੰ ਪ੍ਰਭੂ ਜੀ ਅਸੀਂ ਸੁਣ ਸਕੀਏ ਔਰ ਸਮਝ ਸਕੀਏ। ਜਦ ਤੇਰਾ ਸ਼ਬਦ ਪੜ੍ਹੀਏ ਤੇ ਇਸ ਦੀ ਆਵਾਜ਼ ਨੂੰ ਸੁਣ ਸਕੀਏ। ਜਦ ਤੱਕ ਅਸੀਂ ਦੁਆਰਾ ਮਿਲੀਏ ਪ੍ਰਭੂ ਜੀ, ਤੇਰੀ ਹਜ਼ੂਰੀ ਸਾਡੇ ਸਭ ਦੇ ਨਾਲ ਬਣੀ ਰਹੇ। ਸਾਨੂੰ ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖਣਾ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖਣਾ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਸਭ ਕੁਝ ਮੰਗਦੇ, ਸਾਡੀ ਦੁਆ ਨੂੰ ਸੁਣਦੇ ਕਬੂਲ ਕਰੋ। ਆਮੀਨ। ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇ ਤੁਹਾਡੇ ਸਾਰਿਆਂ ਦੇ ਨਾਲ ਬਣੇ।